ਧੰਨ ਵਾਹਿਗੁਰੂ ਸਾਹਿਬ ਜੀਓ। हम अवगुण परे एक गुण नाही, अमृत छाड़ बिखै बिख खाय। हम अवगुण परे एक गुण नाही, अमृत छाड़ बिखै बिख खाय। माया मोह परम पै भूले, सुत दारा स्यों प्रीत लगाय। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुर रामदास राखो शरणाई। एक अरदास पाठ कीरत की, गुर रामदास गुर रामदास राखो शरणाई। डंडोत बंदन अनेक बार, सर्व कला समरथ। डोलन ते राखो प्रभु, नानक दे कर हाथ। डोलन ते राखो प्रभु, नानक दे कर हाथ। परम सन हाजरी भर रहे हो। इस अस्थान दे रोजाना दे दीवान अनुसार सोदर रहराज साहब जी का पाठ, सतगुरां जी दे अमृत बचनां दा कीर्तन और भाई साहब भाई गुरदीप सिंह जी सतगुरां दी पवित्र बाणी दी विचार सरवण करा रहे सन। अज सतगुरु गुरु रामदास जी महाराज हजूर दा गुरियाई पुरब है, जिसनों आपां गुरगद्दी पुरब भी कहने खां। आओ सतगुरु जी दियां सिफतां विच आपां जो सतगुरां दी अमृत बाणी विच बख्शिश है, उस संबंधी विचार कर सकीए। आप जितने सतगुरु जी दी चरण शरण विच शोभाएमान हो, साध संगत असीस बख्शो। पिछले जदों समय मैं इत्थे आया सी, मैं एक बेनती आप संगत नूं कीती। अक्सर वो मैं जान बुझ के दोहराना हुन्ना कि फतेह ये साडा संबोध की बोला है। जदों सिख सिख नूं मिले ते किन्ना लफ्ज़ां नाल इन्हां दी आपसी गलबात शुरू होवे। जयकारा वखरा है ते संबोध की बोला वखरा है। संबोध की बोला लफ्ज़ मैं चुनिया, इहदा मतलब जदों सिख सिख नूं मिले किन्ना शब्दां नाल एक दूजे नूं मुखातब होण। उत्थे फिर सतगुरां ने सानू आ जिहड़ा फतेह बुलाने हां, इस संबोध की बोला दिता है। उंज सिखां विच ज़्यादा जिहड़ा प्रचलित हो चुका लोकां च संबोध की बोला है। ये भी मैं अर्ज़ कीती सी कि गुरु नानक साहब जी तो लैके
ਗੁਰੂ ਤੇਗ ਬਹਾਦਰ ਸਾਹਿਬ ਤੱਕ ਜਦੋਂ ਸਿੱਖ ਆਪਸ 'ਚ ਮਿਲਦੇ ਸਨ ਤੇ ਕਿਹੜੇ ਸ਼ਬਦ ਜ਼ਬਾਨ ਤੋਂ ਬੋਲਦੇ ਸਨ। ਉੱਥੇ ਇੱਕ ਅਰਜ਼ ਕੀਤੀ ਸੀ ਜੀ, ਇੱਕ ਤਾਂ ਉਸ ਵਕਤ ਸ਼ਬਦ ਸੀ ਸਤ ਕਰਤਾਰ, ਇਹ ਵੀ ਸੰਬੋਧ ਕੀ ਬੋਲੇ ਵੇ ਸੀ ਜੀ, ਸਤ ਕਰਤਾਰ ਬੋਲਿਆ ਜਾਂਦਾ ਸੀ। ਦੂਸਰਾ ਇੱਕ ਗੱਲ ਥੰਮੇ ਨਾਲ ਸੁਣਿਓ, ਸਿੱਖ ਦੇ ਪੈਰਾਂ 'ਚ ਮੱਥਾ ਵੀ ਟੇਕਦਾ ਸੀ। ਮੈਂ ਥੰਮੇ ਨਾਲ ਤਾਂ ਕਿਹਾ ਵੀ ਮਨ 'ਚ ਆਏਗਾ ਵੀ ਇਹ ਦੇਹ ਦੀ ਪੂਜਾ ਨਹੀਂ, ਉਸਦਾ ਇੱਕ ਕਾਰਨ ਹੈ। ਇੱਕ ਤਾਂ ਸਿੱਖ ਨੂੰ ਮਿਲਦਾ ਸਤ ਕਰਤਾਰ ਦੇ ਸ਼ਬਦ ਸਾਨੂੰ ਜਨਮ ਸਾਖੀਆਂ 'ਚੋਂ ਮਿਲਦੇ ਨੇ। ਜਿਹੜਾ ਪੈਰੀ ਪਵਣਾ ਸੀ ਨਾ ਜੀ, ਉਹਦਾ ਮਤਲਬ ਦੇਹ ਦੀ ਪੂਜਾ ਨਹੀਂ ਸੀ, ਕਿਉਂਕਿ ਉਸ ਵਕਤ ਜਿਹੜਾ ਆਪਸੀ ਵਖਰੇਵਾਂ ਇੰਨਾ ਕੁ ਸੀ ਕਿ ਜਾਤ ਦੇ ਆਧਾਰ 'ਤੇ, ਆਰਥਿਕਤਾ ਦੇ ਆਧਾਰ 'ਤੇ ਉਸ ਵਕਤ ਸ਼ੂਦਰ ਤੇ ਸਵਰਨ ਜਾਤੀ 'ਚ ਬਹੁਤ ਫਰਕ ਸੀ। ਪਰ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਕੀ ਬਖਸ਼ਿਸ਼ ਕੀਤੀ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਰਾਣਾ ਔਰ ਰੰਕ ਦੀ ਬਰਾਬਰੀ ਹੈ। ਇੱਥੇ ਗਰੀਬ ਅਮੀਰ ਦੀ ਇੱਕੋ ਜਿਹੀ ਗੱਲ। ਇਹਨੂੰ ਹੋਰ ਬੇਨਤੀ, ਅਸੀਂ ਗੁਰੂ ਗ੍ਰੰਥ ਸਾਹਿਬ 'ਚ 3 ਸ਼ਬਦ ਇਕੱਠੇ ਪੜ੍ਹਨੇ। ਮੈਂ ਜੇ ਫਤਿਹ ਨਹੀਂ ਬੁਲਾਈ, ਸੋਈ ਰਾਗ 'ਚ ਹੁੰਦੇ ਨੇ ਜੀ। ਉਹਨਾਂ 3 ਸ਼ਬਦਾਂ ਦੇ ਜਿਹੜੇ ਅਖੀਰ ਵਾਲੇ ਅੰਕ ਨੇ ਉਹ ਸੀਰੀਅਲ ਇਸ ਤੇ 1 2 ਤੇ 3, ਉਹਨਾਂ 3 ਸ਼ਬਦਾਂ ਵਿੱਚ ਬਾਕੀ ਕੋਈ ਪਦੇ ਦੇ ਪਿੱਛੇ ਅੰਕ ਨਹੀਂ ਲਿਖਿਆ। ਜਿਵੇਂ ਅਸੀਂ ਪਾਠ ਕਰਨੇ ਹਾਂ ਸ੍ਰੀ ਰਾਗ ਦਾ ਪਹਿਲਾ ਸ਼ਬਦ, ਉਹਦੇ 4 ਪਦੇ ਨੇ, ਹਰ ਪਦੇ ਦੇ ਪਿੱਛੋਂ 1 2 3 4 ਆ ਜਾਏਗਾ, ਰਹਾਉ ਦੀਆਂ ਤੁਕਾਂ ਹੋਣਗੀਆਂ। ਪਰ ਇਹਨਾਂ 3 ਸ਼ਬਦਾਂ ਵਿੱਚ ਸਤਿਗੁਰਾਂ ਨੇ ਨਾ ਤਾਂ ਰਹਾਉ ਦਾ ਬਚਨ ਤੇ ਨਾ ਉਹਨਾਂ ਨੇ 2 ਤੁਕਾਂ ਜਾਂ 1 ਤੁਕਾ ਹੋਵੇ 2 ਤੁਕਾ, ਪਤਾ ਨਹੀਂ ਦਿੱਤਾ ਕੋਈ, ਸਿੱਧੇ ਨੰਬਰ ਨੇ। ਪਹਿਲਾ ਸ਼ਬਦ ਦੇ ਉਦੋਂ ਬਾਅਦ ਦੂਜਾ, ਉਹ 3 ਸ਼ਬਦਾਂ ਦਾ ਸਰਲੇਖ ਹੈ ਜੀ ਕੁਚੱਜੀ। ਉਦੋਂ ਬਾਅਦ ਦੂਜਾ ਸ਼ਬਦ ਹੁੰਦਾ ਸੁਚੱਜੀ ਤੇ ਤੀਸਰਾ ਸ਼ਬਦ ਜਿਹੜਾ ਉੱਥੇ ਹੁੰਦਾ ਗੁਣਵੰਤੀ। 3 ਸ਼ਬਦ ਜਿਹੜੇ ਨੇ ਇਸਤਰੀ ਲਿੰਗ ਰੂਪ ਨੇ ਜੀ। ਕੁਚੱਜੀ ਆਪਾਂ ਬੜਾ ਪਿੰਡਾਂ ਚੰਗੀ ਤਰ੍ਹਾਂ ਜਾਣਦੇ। ਇੱਕ ਸ਼ਬਦ ਦੇ ਚੱਜ, ਤੇ ਜਦੋਂ ਕੁਚੱਜ ਸ਼ਬਦ ਆ ਜਾਂਦਾ ਹੈ ਇਹਦਾ ਮਤਲਬ ਇਹ ਵੇ ਜਿਹਨੂੰ ਜ਼ਿੰਦਗੀ ਜੀਣ ਦਾ ਤਰੀਕਾ ਕੋਈ ਨਹੀਂ। ਉਂਝ ਵੈਸੇ ਸਾਡੇ ਪਿੰਡਾਂ 'ਚ ਜਿਸ ਨੂੰ ਕੱਢਣ ਪਰੋਣ ਖਾਣ ਬਣਾਉਣ ਦਾ ਪਤਾ ਨਾ ਹੋਵੇ, ਕਿਸੇ ਵੱਡੇ ਦਾ ਸਤਿਕਾਰ ਕਿਵੇਂ ਕਰਨਾ ਸਲੀਕਾ ਨਾ ਹੋਵੇ, ਉਹਦੇ ਲਈ ਸ਼ਬਦ ਵਰਤਦੇ ਸਨ ਛੱਡੋ ਪਰਾਂ, ਇਹ ਤਾਂ ਕੁਚੱਜੀ ਹੈ। ਉਸ ਤੋਂ ਅਗਲਾ ਜਿਹੜਾ ਸ਼ਬਦ ਹੈ ਉਹ ਹੈ ਸੁਚੱਜੀ। ਕੁਚੱਜੀ ਦੇ ਵਿਪਰੀਤ ਹੈ ਸ਼ਬਦ ਸੁਚੱਜੀ। ਫਿਰ ਬੇਨਤੀ ਸੁਣਿਓ, ਉੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਮੰਝ ਕੁਚੱਜੀ ਅਮਾਵਣ ਦੋਸੜੇ ਖੋਂ ਕਿਉ ਸੋ ਰਾਵਣ ਜਾਉ ਜੀਓ, 1 2 1 ਚੜ੍ਹੰਦੀਆਂ ਕੌਣ ਜਾਣੇ ਮੇਰਾ ਨਾਉ ਜੀਓ। ਇਹ ਪਿਛਲੇ ਦਿਨੀ ਮੈਂ ਅਮਰੀਕਾ 'ਚ ਦੀ ਇੱਥੇ ਕਥਾ ਕੀਤੀ ਤੇ ਮਨ 'ਚ ਆਇਆ ਇਸ ਸਰਲੇਖ ਤਾਂ ਕੁਚੱਜੀ ਜ਼ਰੂਰ ਹੈ, ਪਰ ਕੁਚੱਜੀ ਤਾਂ ਕਦੀ ਮੰਨਦੀ ਨਹੀਂ ਕਿ ਮੈਂ ਕੁਚੱਜੀ ਖਾਂ। ਉਹ ਹਉਮੈ 'ਚ ਕਦੀ ਨਹੀਂ ਕਹਿੰਦੀ ਮੈਂ ਕੁਚੱਜੀ ਹਾਂ। ਪਰ ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਮੰਝ ਕੁਚੱਜੀ ਅਮਾਵਣ ਡੋਸੜੇ ਖੋਂ ਕਿਉ ਸੋ ਰਾਵਣ ਜਾਉ ਜੀਓ। ਮੈਨੂੰ ਇੰਜ ਲੱਗਾ ਇਹ ਕੁਚੱਜੀ ਕਹਿ ਜ਼ਰੂਰ ਦਿੱਤਾ ਉੱਤਮ ਪੁਰਖ ਵਿੱਚ, ਸੱਚ ਇਹ ਵੀ ਇੱਕ ਸੁਚੱਜ ਪੁਣਾ ਹੈ ਆਪਣੇ ਔਗਣਾਂ ਨੂੰ ਸਵੀਕਾਰ ਕਰ ਲੈਣਾ। ਫਿਰ ਅਰਜ਼ ਸੁਣਿਓ, ਪਰ ਲਫ਼ਜ਼ ਉੱਤੇ ਕੁਚੱਜੀ, ਉਸ ਤੋਂ ਅਗਲਾ ਸੁਚੱਜੀ। ਇਹ 2 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਨੇ। ਤੀਸਰਾ ਸ਼ਬਦ ਹੁੰਦਾ ਗੁਣਵੰਤੀ। ਆਪ ਥੋੜ੍ਹਾ ਧਿਆਨ ਦਿਆ ਜੀ ਗੁਰਮੁਖੋ। ਗੁਣਵੰਤੀ ਸ਼ਬਦ ਇਹਦੇ ਵਿੱਚ ਇੱਕ ਸਿੱਖ ਦਾ ਜੀਵਨ ਦੱਸਿਆ। ਮੈਨੂੰ ਜੇ ਲੱਗਦਾ ਕੁਚੱਜੀ ਤੋਂ ਸੁਚੱਜੀ, ਸੁਚੱਜੀ ਤੋਂ ਗੁਣਵੰਤੀ। ਗੁਣਵੰਤੀ ਬਾਰੇ ਮਹਾਰਾਜ ਕਹਿੰਦੇ ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਉੱਥੇ ਸਤਿਗੁਰਾਂ ਨੇ ਜਿਹੜਾ ਸ਼ਬਦ ਵਰਤਿਆ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਇਹਦਾ ਮਤਲਬ ਉਸ ਵਕਤ ਸਿੱਖ ਦੇ ਪੈਰਾਂ 'ਚ ਮੱਥਾ ਟੇਕਦਾ ਸੀ। ਪਰ ਗੁਰੂ ਨਾਨਕ ਸਾਹਿਬ ਜੀ ਦੇ 10ਵੇਂ ਸਵਰੂਪ ਨੇ ਇਹ ਬਣਾ ਦਿੱਤਾ ਕਿ ਜਦੋਂ ਖਾਲਸਾ ਜੀ ਸਿੱਖ ਆਪਸ ਵਿੱਚ ਮਿਲਦੇ ਆ ਤੇ ਇਹਨਾਂ ਦਾ ਸੰਬੋਧ ਕੀ ਬੋਲਾ ਹੋਵੇਗਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਨੂੰ ਮੈਂ ਪਿਛਲੀ ਵਾਰੀ ਕਿਹਾ ਸੀ, ਇਹਦੇ ਵਿੱਚ ਇਹ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਕਾ ਖਾਲਸਾ, ਯਾਦ ਰੱਖੋ, ਇਹ ਨਹੀਂ ਕਿਹਾ ਵੀ ਖਾਲਸਾ ਜੀ ਕੀ ਫਤਿਹ। ਫਿਰ ਅਰਜ਼ ਹੈ ਗੁਰੂ ਗੋਬਿੰਦ ਸਿੰਘ ਜੀ ਕਾ ਖਾਲਸਾ ਨਹੀਂ ਕਿਹਾ ਜਾਂ ਖਾਲਸੇ ਜੀ ਕੀ ਫਤਿਹ ਨਹੀਂ ਕਹੀ। ਸਾਡੀ ਤਵਾਰੀਖ ਮੁਤਾਬਕ 5 ਪਿਆਰਿਆਂ ਤੋਂ ਬਾਅਦ ਜਿਸ 6ਵੇਂ ਨੇ ਅੰਮ੍ਰਿਤ ਛਕਿਆ ਉਹ ਕੌਣ ਸਨ ਜੀ? ਫਿਰ ਅਰਜ਼ ਸੁਣਿਓ, 5 ਪਿਆਰਿਆਂ ਤੋਂ ਬਾਅਦ ਜੇ 6ਵੇਂ ਨੇ ਅੰਮ੍ਰਿਤ ਛਕਿਆ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ।
इन्हां तो बाद जिन्हां पंजां ने छकत्या वो 5 मुक्ते ने, 5 प्यारे ने, 5 मुक्ते भी ने। गुरु जिथे 40 मुक्ते ने, आपनूं पता होना उत्थे 5 मुक्ते भी ने, भाई ईश्वर सिंह, भाई देवा सिंह, भाई टहल सिंह, भाई फतेह सिंह आदि। हुण उत्थे गुरुदेव ने अमृत छका के 6वें आप सतगुरां ने अमृत छकिया। इहदा मतलब ये सी खालसा मैं तेरा हाकिम नहीं, मैं तेरे विच जज्ब हो जाना है। फिर सुनियो, हाकिम नहीं, जिस तरह तू है मैं उस तरह जज्ब होने लगा। इसे करके भाई साहब भाई संतोख सिंह जी ने लिखा कि महाराज जी ने अमृत छकद्या कहा सी कि खालसा गुरु, गुरु खालसा करूँ मैं अब जैसे गुरु नानक जी अंगद को कीनियो। अज क्योंकि गुरियाई दिवस है, मैं तां आपनूं बेनती करनी, भावें कल सानूं भी विसरिया सी जी। राती मैं भाई साहब नूं कहा सतगुरां दा गुरियाई दिहाड़ा है, उस संबंधी मर्ज करनी। तो जिहड़ा वाहिगुरू जी का खालसा वाहिगुरू जी की फतेह है, इस दे अर्थ बड़े सरल ने कि खालसे दा संबंध सीधा वाहिगुरू जी नाल है। तो जिहड़ी खालसे नूं जिंदगी च किते प्राप्ति हुंदी है, उस प्राप्ति का मतलब कि वो केवल खालसे दी नहीं, वो गुरु कृपा जान के सच एवे ओदी फतेह भी वाहिगुरू जी की फतेह है। सतगुरां जी दे अमृत बचनां विच भी यही सानूं मिलदा है गुरु गोबिंद सिंह जी दियां चों। ते मैं इस करके कहांगा जी, उंज वैसे मैं इत्थे देखिया अमेरिका, जदों आपस विच बच्चे मिलदे ना परिवारां जी, 5 शरीर बैठे आ, वो बच्चे एक एक नूं मिल के कहंदे आ वाहिगुरू जी का खालसा वाहिगुरू जी की फतेह, वाहिगुरू जी का खालसा, जिवें हत्थ मिलाईदा। मैं एक बेनती करांगा, जे चंगी लगे मान लेनी चाहिए है। इकट्ठ विच जदों फतेह बुलाओ एक ही सारियां तक पहुँच जाती है। हुण मैं फतेह बुलानी है, भाई साहब ने बुलाई, हुण ये थोड़ा भी जिन्नी संगत बैठी मैं सब नूं कहांगा जी मैं तुहानूं वारी वारी फतेह बुला रहा। यही तो एक विलक्षणता है कि संगती रूप में जदों इकट्ठ के रूप में फतेह बुलाई जाएगी, भावें एक बुलाए तो लख बंदा भी खलोता हो, वो एक फतेह बुलाई हुई लखां तक पहुँच जाती है। इत्थे मैं देखिया थोड़ा जो मिलते आ आपस में हर एक नूं फतेह बुला, चंगी गल है। एक होर बेनती सिर्फ करके, ये भी शायद मैं इत्थे कीती सी, कई थावां ते देखिया जी, वो इन्ने क थक जाते वो बेचारे सीधा हत्थ ही लाते फतेह, गुरु फतेह। हाँ थके होंगे जी, मान लो बंदा फतेह। बाबा शाम सिंह जी आटा मंडी वाले, जिन्हों ने दरबार साहब तकरीबन 70 साल कीर्तन किया है, बिना नागा ते तपहरे का कीर्तन। उन्होंने बारे जो पटियाला यूनीवर्सिटी ने किताब छापी, ਉਹਦੇ ਵਿੱਚ ਉਹ ਕਹਿੰਦੇ ਨੇ तकरीबन 1:30 ਵਜੇ ਆ ਕੇ ਉਹ ਇਸ਼ਨਾਨ ਕਰ ਲੈਂਦੇ ਸਨ ਸਰੋਵਰ 'ਚ ਰੋਜ਼ਾਨਾ। ਉਹਨਾਂ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਜਿਹੜੀ ਲਾਚੀ ਬੇਰ ਹੈ ਦਰਸ਼ਨੀ ਡਿਊਟੀ ਦੇ ਬਿਲਕੁਲ ਨਾਲ, ਤੇ ਲਾਚੀ ਬੇਰ ਆਪਾਂ ਤਾਂ ਕਹਿੰਦੇ ਉਹਨੂੰ ਬੇਰ ਬਿਲਕੁਲ ਨਿੱਕੇ ਨਿੱਕੇ ਲੱਗਦੇ ਸਨ ਲਾਚੀਆਂ ਵਰਗੇ, ਤਾਂ ਉਹਦੇ ਲਈ ਸ਼ਬਦ ਹੋ ਗਿਆ ਲਾਚੀ ਬੇਰ। ਉੱਥੇ ਉਹ ਸਰੰਦਾ ਲੈ ਕੇ ਬੈਠ ਜਾਂਦੇ ਸਨ ਤੇ ਫਿਰ ਕਰਦੇ ਕੀ ਸਨ ਜੀ, ਉਹਨਾਂ ਨੂੰ ਉੱਥੇ ਕੀਰਤਨ ਕਰਨਾ ਸੰਗਤ 'ਚ ਬੈਠ ਕੇ। ਜਦੋਂ ਕਿਵਾੜ ਖੋਲ੍ਹਦਾ ਸੀ ਦਰਸ਼ਨੀ ਡਿਊਟੀ ਦਾ, ਤੇ ਉਹ ਇਹ ਸ਼ਬਦ ਗਾਉਂਦੇ ਹੁੰਦੇ ਸਨ, ਦਰ ਮਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾੜ। ਉਹਨਾਂ ਦੇ ਜੀਵਨ ਦੀ ਇੱਕ ਗੱਲ ਮੈਨੂੰ ਬਹੁਤ ਹੀ ਚੰਗੀ ਲੱਗੀ। ਉਹ ਜਾ ਰਹੇ ਸਨ ਤੇ ਕੋਈ ਸੱਜਣ ਆਇਆ, ਉਹਨੇ ਸ਼ਬਦ ਕਹੇ ਕਿ ਬਾਬਾ ਜੀ, ਬਾਬਾ ਸ਼ਾਮ ਸਿੰਘ ਜੀ ਨੂੰ ਮੈਂ ਕਿਹਾ 123 ਸਾਲ ਉਮਰ ਜੀ ਕੇ ਗਏ, 70 ਸਾਲ ਉਹਨਾਂ ਬਿਨਾਂ ਨਾਗਾ ਕੀਰਤਨ ਕੀਤਾ, ਤੁਹਾਡੇ ਕੋਲ ਦਰਬਾਰ ਸਾਹਿਬ ਦੇ ਕੀਰਤਨੀਆਂ ਨੇ। ਪਹਿਲੀ ਆਸਾ ਕੀ ਵਾਰ ਤੋਂ ਜਿਹੜੀ ਚੌਕੀ ਤਪਹਿਰੇ ਦੀ ਉਹਨਾਂ ਦੀ ਚਲਾਈ ਹੋਈ ਹੈ। ਉਹਦੇ 'ਚੋਂ ਮਿਲਿਆ ਸਿੰਘ, ਉਹਨੇ ਕਿਹਾ ਬਾਬਾ ਜੀ ਮੈਂ ਅਮਕੇ ਪਿੰਡ 'ਚ ਗਿਆ ਸੀ, ਤੁਹਾਡੇ ਸ਼ਰਧਾਲੂ ਮਿਲੇ, ਉਹਨਾਂ ਫਤਿਹ ਬੁਲਾਈ। ਉਹ ਚੁੱਪ ਕਰ ਗਏ। ਉਹ ਫਿਰ ਅੱਗੇ ਗਿਆ ਵੀ ਸ਼ਾਇਦ ਬਜ਼ੁਰਗ ਨੇ ਨਹੀਂ ਸੁਣਿਆ, ਕਹਿਣ ਲੱਗੇ ਜੀ ਉਹਨਾਂ ਫਤਿਹ ਬੁਲਾਈ ਸੀ। ਉਹ ਫਿਰ ਚੁੱਪ ਕਰ ਗਏ। ਤੀਜੀ ਵਾਰੀ ਕਹਿੰਦਾ ਬਾਬਾ ਜੀ ਉੱਚੀ ਸੁਣਦੇ ਹੋ, ਉਹਨਾਂ ਤੁਹਾਨੂੰ ਫਤਿਹ ਬੁਲਾਈ ਸੀ। ਉਹ ਖਲੋ ਕੇ ਕਹਿੰਦੇ ਨੇ ਗਿਰੀ ਆਪ ਖਾਨਾ ਛਿੱਲੜ ਮੈਨੂੰ ਦੇਈ ਜਾਂਦੇ। ਉਹ ਚੁੱਪ ਕਰ ਗਿਆ। ਕਹਿੰਦਾ ਮਹਾਰਾਜ ਹੋਇਆ ਕੀ? ਕਹਿੰਦੇ ਇਸ ਤਰ੍ਹਾਂ ਕਿਹਾ ਸੀ ਫਤਿਹ ਬੁਲਾਈ। ਕਹਿੰਦਾ ਨਹੀਂ, ਉਹਨਾਂ ਵਾਹਿਗੁਰੂ ਵੀ ਕਿਹਾ ਸੀ ਨਾਲ। ਕਹਿਣ ਲੱਗੇ ਵਾਹਿਗੁਰੂ ਸ਼ਬਦ ਕਹੇਗਾ ਤੇ ਗਿਰੀ ਹੈ। ਮੇਰੀ ਫਿਰ ਬੇਨਤੀ ਹੈ, ਜਦੋਂ ਆਪਾਂ ਫਤਿਹ ਬੁਲਾਈਏ ਆਪਸੀ ਸਾਡਾ ਸੰਬੋਧ ਕੀ ਬੋਲਾ ਹੈ। ਯਾਦ ਰੱਖੋ, ਮੁਸਲਮਾਨ ਭਾਵੇਂ ਅਮਰੀਕਾ ਦਾ ਗੋਰਾ ਹੋਵੇ, ਯੂਰਪ ਦਾ ਹੋਵੇ, ਭਾਵੇਂ ਉਹ ਮਲੇਸ਼ੀਆ ਦਾ ਹੋਵੇ, ਜਦੋਂ ਆਪਸ ਵਿੱਚ ਮਿਲਦੇ ਆ ਉਹਨਾਂ ਦਾ ਸੰਬੋਧ ਕੀ ਬੋਲਾ ਸਲਾਮ ਇੱਕੋ ਜੀ ਹੁੰਦੀ ਹੈ। ਇਸ ਕਰਕੇ ਜੀ ਮੈਂ ਬੇਨਤੀ ਕਰਾਂਗਾ, ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ
ਅਦਬ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਦੋਂ ਵਿਆਖਿਆ ਕਰਨੇ ਖਾਂ ਗੁਰਬਾਣੀ ਦੇ ਸ਼ਬਦ ਦੀ ਜਾਂ ਕੋਈ ਵਿਚਾਰ ਕਰਦਾ ਹੈ, ਉਸ ਗੱਲ ਨੂੰ ਅੱਗੇ ਪਹੁੰਚਾਉਣ ਵਾਸਤੇ ਤਿੰਨ ਸ਼ਬਦ ਅਸੀਂ ਜ਼ਰੂਰ ਯੂਜ ਕਰਨੇ, ਵਰਤਨੇ। ਇੱਕ ਲਫ਼ਜ਼ ਤਾਂ ਸਾਡੀ ਜ਼ਬਾਨ ਤੇ ਬਹੁਤ ਚੜ੍ਹਿਆ ਹੈ, ਸਿਧਾਂਤ। ਦੂਜਾ ਸ਼ਬਦ ਹੈ ਸੰਵਾਦ, ਤੇ ਤੀਸਰਾ ਸ਼ਬਦ ਹੈ ਸਾਖੀ। ਸਿਧਾਂਤ, ਸੰਵਾਦ ਤੇ ਸਾਖੀ। ਮੈਂ ਆਰੰਭ 'ਚ ਤਾਂ ਜ ਬੇਨਤੀ ਕਰਨ ਲੱਗਾ, ਕਈ ਵਾਰੀ ਕਈ ਸੱਜਣ ਜਦੋਂ ਇਤਿਹਾਸ ਦੀ ਗੱਲ ਚੱਲਦੀ ਹੈ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਵੀ ਕਿਉਂ ਸਾਖੀ ਕਹੀ ਜਾ ਰਹੀ ਹੈ। ਕਈ ਸੱਜਣਾਂ ਨੂੰ ਸਾਖੀ ਨਾ ਸੁਣਾਓ ਤੇ ਉਹਨਾਂ ਨੂੰ ਸ਼ਬਦ ਦਾ ਸਿਧਾਂਤ ਖਿਮਾ ਕਰਿਓ ਛੇਤੀ ਨਹੀਂ ਸਮਝ ਪੈਂਦਾ ਜੇ ਬਾਣੀ ਨਹੀਂ ਪੜ੍ਹਦੇ ਤਾਂ। ਪਹਿਲਾ ਲਫ਼ਜ਼ ਮੈਂ ਵਰਤਿਆ ਸਿਧਾਂਤ। ਵੈਸੇ ਸਿਧਾਂਤ ਦੇ ਲਫ਼ਜ਼ੀ ਅਰਥ ਇਹ ਨੇ ਅੰਤ ਸਿੱਧ ਕੀਤੀ ਹੋਈ ਬਾਤ। ਫਿਰ ਇਹ ਤੋਂ ਸ਼ਬਦ ਬਣਦਾ ਹੈ ਸਿਧਾਂਤ। ਇਹਦਾ ਅਰਥ ਹੋ ਗਿਆ ਅੰਤ ਸਿੱਧ ਕੀਤੀ ਹੋਈ ਬਾਤ। ਇਹਦਾ ਭਾਵ ਕਿ ਸਾਰਾ ਕੁਝ ਮੰਥਨ ਕਰਕੇ ਨਾ, ਜਿਵੇਂ ਕੋਈ ਬੰਦਾ ਦਹੀਂ ਨੂੰ ਰਿੜਕ ਕੇ ਮੱਖਣ ਕੱਢਦਾ, ਨਿਚੋੜ ਆ ਜਾਂਦਾ ਹੈ। ਸੱਚ ਇਹ ਵੇ ਸਿਧਾਂਤ ਜਿਹੜਾ ਉਹ ਮੰਥਨ ਕਰਕੇ ਜਿਹੜੀ ਅਖੀਰ ਤੇ ਨਿਚੋੜ ਨਿਕਲਦਾ, ਜਿਹਦੇ 'ਚ ਕੋਈ ਵੀ ਸ਼ੱਕ ਦੀ ਗੁੰਜਾਇਸ਼ ਨਹੀਂ, ਆਪਾਂ ਕਹਿੰਦੇ ਹਾਂ ਇਹ ਸਿਧਾਂਤ ਹੈ। ਮੈਂ ਕਈ ਵਾਰੀ ਅਰਜ਼ ਕੀਤੀ ਕਿ ਅਸੀਂ ਜਦੋਂ ਇਹ ਗੁਰਸਿੱਖੀ ਦੀ ਗੱਲ ਕਰਨੀ, ਗੁਰਮਤਿ ਦੀ, ਕਈ ਵਾਰੀ ਸਾਨੂੰ ਕੋਈ ਮਿਲੇ ਬੰਦਾ, ਉਹ ਬੰਦਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਣਦਾ, ਅਨਮਤ ਵਾਲਾ। ਅਸੀਂ ਜੇ ਪੁੱਛੇ ਵੀ ਤੁਹਾਡਾ ਸਿਧਾਂਤ ਕੀ ਹੈ, ਆਪਾਂ ਜ਼ਿਆਦਾ ਵਿਆਖਿਆ ਨਹੀਂ ਕਰਦੇ, ਸਿਰਫ ਇਹਨਾਂ 6 ਲਫ਼ਜ਼ਾਂ ਦੇ ਵਿੱਚ ਸਮੇਟ ਦਿੰਦੇ ਹਾਂ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਸਿਧਾਂਤ ਸ਼ਬਦ ਹੈ ਨਾ, ਸਿਧਾਂਤ ਹੈ ਸਿੱਖੀ ਦਾ। ਦੂਜੀ ਗੱਲ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਇਹ ਸਿਧਾਂਤ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੱਕ ਸ਼ਬਦ ਸਿਧਾਂਤ, ਹੁਣ ਉੱਤੇ ਤੁਸੀਂ ਪਾਠ ਕਰ ਰਹੇ ਹੋ ਮੰਗਲਾਚਰਨ ਮੂਲ ਮੰਤਰ, ਇਹ ਸਿਧਾਂਤ ਹੈ ਜੀ। ਆਹ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ। ਇਸ ਢੰਗ ਨਾਲ ਸੀ ਜਿਹੜਾ ਅਕਾਲ ਪੁਰਖ ਏਕ ਓਂਕਾਰ ਜਿਹਨੂੰ ਕਹਿ ਰਹੇ ਹਾਂ, ਪਰਮੇਸ਼ਵਰ ਕਹਿ ਰਹੇ ਹਾਂ, ਰੱਬ ਕਹਿ ਰਹੇ ਹਾਂ, ਅੱਲਾ ਕਹਿ ਰਹੇ ਹਾਂ, ਗੋਪਾਲ ਕਹਿ ਰਹੇ ਹਾਂ, ਮੁਰਾਰੀ ਕਹਿ ਰਹੇ ਹਾਂ, ਗੋਵਰਧਨ ਕਹਿ ਰਹੇ ਹਾਂ, ਕਰੀਮ ਕਹਿ ਰਹੇ ਹਾਂ, ਰਹੀਮ ਕਹਿ ਰਹੇ ਹਾਂ, ਜਿਹਦੇ ਨਾਮ ਅਸੀਂ ਲੈ ਰਹੇ ਹਾਂ ਉਹਦੇ ਗੁਣ ਆ ਨੇ। ਇਹ ਸਿਧਾਂਤ ਹੋ ਗਿਆ ਨਾ ਜੀ, ਇਹ ਗੁਣ ਨੇ। ਹੁਣ ਸਿਧਾਂਤ ਨੂੰ ਅੱਗੇ ਪਹੁੰਚਾਉਣ ਦੇ ਵਾਸਤੇ ਇੱਕ ਸ਼ਬਦ ਦੂਸਰਾ ਵਰਤਿਆ ਜਾਂਦਾ ਹੈ ਜੀ, ਉਹ ਹੈ ਸੰਵਾਦ। ਜੇ ਕਿਸੇ ਬੰਦੇ ਨੇ ਸਿਧਾਂਤ ਨੂੰ ਸਮਝਣਾ ਹੈ ਤੇ ਉਹ ਸੰਵਾਦ ਰਚਾਉਂਦਾ ਹੈ। ਪਿਆਰਿਓ, ਥੋੜ੍ਹਾ ਜਿਹਾ ਧਿਆਨ ਦਿਆ ਜੇ ਮੇਰੀ ਅੱਜ ਇਸ ਬੇਨਤੀ ਵੱਲ। ਇਹ ਗੱਲ ਮੈਂ ਆਪ ਨੂੰ ਬੜੀ ਭਾਵਨਾ ਨਾਲ ਕਹਿ ਰਿਹਾ। ਮੈਨੂੰ ਤਾਂ ਯਾਦ ਹੈ ਡਾਕਟਰ ਰੂਪ ਸਿੰਘ ਉਹਨਾਂ ਨੇ ਇਸ ਬਾਰੇ ਇੱਕ ਲੇਖ ਲਿਖਿਆ। ਫਿਰ ਅਰਜ਼ ਹੈ ਸਿਧਾਂਤ ਨੂੰ ਸਮਝਣ ਵਾਸਤੇ, ਸਿਧਾਂਤ ਨਿਚੋੜ ਹੈ। ਹੁਣ ਸਿਧਾਂਤ ਨੂੰ ਸਮਝਣ ਲਈ ਜਦੋਂ ਉਹਦੇ ਬਾਰੇ ਕੋਈ ਸੰਵਾਦ ਕਰੇਗਾ ਨਾ, ਪਹਿਲੀ ਗੱਲ ਉਹਨੂੰ ਉਸ ਸਿਧਾਂਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਸੰਵਾਦ ਹਰ ਬੰਦਾ ਨਹੀਂ ਕਰ ਸਕਦਾ। ਫਿਰ ਅਰਜ਼ ਹੈ ਸੰਵਾਦ ਕਰਨ ਵਾਸਤੇ ਸਮਝ ਚਾਹੀਦੀ ਹੈ। ਅੱਜ ਜ਼ਿਆਦਾਤਰ ਸਿੱਖਾਂ ਵਿੱਚ ਸੰਵਾਦ ਨੂੰ ਇੰਨੀ ਥਾਂ ਨਹੀਂ ਦਿੱਤੀ ਜਾ ਰਹੀ ਜਿੰਨੀ ਵਿਵਾਦ ਨੂੰ ਥਾਂ ਦਿੱਤੀ ਜਾ ਰਹੀ ਹੈ। ਫਿਰ ਇਕੱਲਾ ਵਾਦ ਨਹੀਂ, ਵਾਦ ਵਿਵਾਦ ਨੂੰ ਥਾਂ ਦਿੱਤੀ ਜਾ ਰਹੀ। ਸਿਧਾਂਤ ਨੂੰ ਸਮਝਣ ਲਈ ਸੰਵਾਦ ਹੈ। ਆਪ ਜਿਹੜੇ ਗੁਰਸਿੱਖ ਪਾਠ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਸੰਵਾਦ ਰਚਾਇਆ ਹੈ ਤੇ ਉਹ ਗੁਰੂ ਨਾਨਕ ਸਾਹਿਬ ਨਾਲ ਜੋਗੀਆਂ ਨੇ ਰਚਾਇਆ ਹੈ। ਫਿਰ ਸੁਣਿਓ ਧਿਆਨ ਨਾਲ, ਇਹ ਤਿੰਨ ਸ਼ਬਦ ਮੇਰੀ ਬੇਨਤੀ ਹੈ ਹਰ ਗੁਰਦੁਆਰੇ 'ਚ ਪੱਕੇ ਹੋਣੇ ਚਾਹੀਦੇ ਨੇ, ਸਿਧਾਂਤ, ਸੰਵਾਦ ਤੇ ਸਾਖੀ। ਹੁਣ ਉਸ ਸਿਧਾਂਤ ਨੂੰ ਸਮਝਣ ਲਈ ਜਿਹੜਾ ਸੰਵਾਦ ਹੈ, ਉਹ ਸਿੱਧਾਂ ਨੇ ਮਹਾਰਾਜ ਸਿਧਾਂਤ ਸੰਵਾਦ ਕੀਤਾ। ਤੇ ਮੈਂ ਹੈਰਾਨ ਹੁੰਨਾ, ਸਿੱਧ ਗੋਸ਼ਟ ਦੀ ਬਾਣੀ ਵਿੱਚ ਸਿੱਧਾਂ ਨੇ ਜਿਹੜਾ ਸੰਵਾਦ ਕੀਤਾ ਹੈ, ਉਹਨਾਂ ਨੇ ਕੋਈ ਸਾਖੀ ਨਹੀਂ ਲਈ, ਕੋਈ ਪੁਰਾਣਿਕ ਘਟਨਾ ਨਹੀਂ ਲਈ, ਉਹ ਸਿੱਧੇ ਅੰਦਰ ਦੇ ਸਵਾਲ ਕਰ ਰਹੇ। ਮੈਂ ਇਸ ਕਰਕੇ ਬੇਨਤੀ ਕੀਤੀ ਕਿਉਂਕਿ ਅਕਸਰ ਸਾਡੇ ਸੱਜਣ ਜਦੋਂ ਅਸੀਂ ਕਥਾ ਕਰਨੇ, ਕੰਨ ਪਾਟੇ ਜੋਗੀ, ਮੰਗ ਖਾਣੇ ਜੋਗੀ, ਕੋਈ ਸ਼ੱਕ ਨਹੀਂ ਗੁਰੂ ਸਾਹਿਬ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਤੁਸੀਂ ਮੰਗ ਕੇ ਨਾ ਖਾਓ। ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਈ। ਇਹ ਗਲਤ ਗੱਲ ਹੈ ਵੀ ਵਾਕਈ ਨਹੀਂ ਮੰਗਣਾ ਚਾਹੀਦਾ। ਪਰ ਮੇਰੀ ਇੱਕ ਬੇਨਤੀ ਹੈ, ਇਹ ਸਿੱਧ ਜਿਹੜੇ ਬੰਦੇ ਸਨ, ਜੋਗੀ ਜਿਹੜੇ ਬੰਦੇ ਸਨ, ਅਸਲ 'ਚ ਇਹ ਅਮੀਰਾਂ ਘਰਾਂ ਦੇ ਰਾਜਿਆਂ ਦੇ ਪੁੱਤਰ ਸਨ। ਗੋਪੀ ਚੰਦ ਨੂੰ ਕੀ ਲੋੜ ਸੀ ਮੰਗਣ ਦੀ ਜੀ? ਭਰਤਰੀ ਨੂੰ ਕੀ ਲੋੜ ਸੀ ਜੀ?
ਲੋਹਰੀਪਾ ਕੌਣ ਸੀ? ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਬੰਦੇ ਸਾਡੀ ਤਰ੍ਹਾਂ ਹੀ ਮੰਨ ਲਓ ਵੀ ਕੰਮ ਨਾ ਚੱਲਿਆ ਉਹ ਤੁਰ ਪਿਆ ਇਸ ਪਾਸੇ। ਉਹ ਸੱਚੀ ਗੱਲ ਹੈ, ਘਰੋਂ ਰੱਜੇ ਪੁੱਜੇ ਨੇ, ਉਹਨਾਂ ਦੇ ਨੌਕਰ ਨੇ, ਰਾਣੀਆਂ ਨੇ, ਮਹਿਲ ਨੇ, ਫੌਜਾਂ ਨੇ, ਉਹ ਸਭ ਕੁਝ ਛੱਡ ਕੇ ਇੱਕ ਭੁੱਖ ਲੈ ਕੇ ਚੱਲੇ ਸਨ ਵੀ ਅੰਦਰ ਦੱਸੋ ਕਿਤੇ ਹੈ, ਕਿਉਂਕਿ ਉੱਥੇ ਨਾਥ ਜੋਗਮਤ ਦਾ ਪ੍ਰਭਾਵ ਬਹੁਤ ਸੀ। ਫਿਰ ਮੈਂ ਅਰਜ਼ ਕਰਾਂਗਾ, ਉੱਥੇ ਫਿਰ ਜਿਹੜੇ ਜੋਗੀ ਨੇ, ਜਿਹੜੇ ਕੁਐਸਚਨ, ਜਿਹੜੇ ਸਵਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਕੀਤੇ, ਠੀਕ ਅਸੀਂ ਵਿਆਖਿਆ ਕਰਨੇ ਆ, ਅੱਖਰੀ ਅਰਥ ਮੈਂ ਵੀ ਕਰ ਜਾਵਾਂਗਾ, ਪਰ ਜਿਹੜੇ ਅਨੁਭਵੀ ਅਰਥ ਸਨ ਉਹ ਪਾਉਣ ਬਾਰੇ ਪੁੱਛ ਰਿਹਾ, ਮਾਇਆ ਬਾਰੇ ਪੁੱਛ ਰਿਹਾ, ਇੱਥੋਂ ਤੱਕ ਉਹ ਸਵਾਸਾਂ ਬਾਰੇ ਪੁੱਛ ਰਿਹਾ, ਤੇ ਉਹਨਾਂ ਦੇ ਤਕਰੀਬਨ ਸੈਂਕੜੇ ਕੁਐਸਚਨ ਬਣਦੇ ਨੇ ਸਿੱਧ ਗੋਸ਼ਟ ਦੀ ਬਾਣੀ 'ਚ, ਜਿਹੜੇ ਸਵਾਲ ਕਰ ਰਿਹਾ ਬਾਬਾ ਜੀ ਨੂੰ। 3 ਰਾਗ ਜੋਗੀਆਂ ਦੇ ਬਹੁਤ, ਮੈਂ ਸ਼ਬਦ ਵਰਤਾਂ, ਰਾਗ ਆਸਾ, ਰਾਗ ਸੂਹੀ ਤੇ ਰਾਗ ਰਾਮਕਲੀ, 3 ਰਾਗਾਂ ਜ਼ਿਆਦਾ ਬਚਨ ਮਿਲਦੇ ਆ। ਹੁਣ ਉਹ ਜਦੋਂ ਸਵਾਲ ਕਰਦੇ ਆ, ਜਿਵੇਂ ਆਪ ਸਾਰੇ ਪੜ੍ਹਦੇ ਹੋ, ਕਵਨ ਮੂਲ, ਕਵਨ ਮਤ ਵੇਲਾ, ਤੇਰਾ ਕਵਨ ਗੁਰੂ, ਜਿਸ ਕਾ ਤੂੰ ਚੇਲਾ, ਐਸਾ ਨਹੀਂ ਪੜ੍ਹ ਰਹੇ? ਕਿੰਨੇ 4 ਸਵਾਲ ਹੋ ਗਏ ਇਕੱਠੇ। ਕਵਨ ਮੂਲ, ਕੀ ਹੈ ਮੂਲ ਸ੍ਰਿਸ਼ਟੀ ਦਾ? ਕਵਨ ਮਤ ਵੇਲਾ, ਆਹ ਵੇਲਾ ਕਿਹੜੀ ਮਤ ਲੈਂਦਾ ਹੈ? ਤੇਰਾ ਕਵਨ ਗੁਰੂ, ਜਿਸ ਕਾ ਤੂੰ ਚੇਲਾ, ਉਗੋ ਗੁਰੂ ਜੀ ਉੱਤਰ ਦਿੰਦੇ ਆ, ਪਵਨ ਆਰੰਭ ਸਤਿਗੁਰੂ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਉਹ ਫਿਰ ਇੱਕ ਸਵਾਲ ਕਰੇ, ਜਦੋਂ ਮਹਾਰਾਜ ਉਹਨਾਂ ਦੇ ਉਦਾਸ ਮਤ ਉੱਤੇ ਕਹਿੰਦੇ ਆ ਤੁਸੀਂ ਘਰ ਕਿਉਂ ਛੱਡਿਆ, ਉਹ ਫਿਰ ਸਵਾਲ ਕਰਦੇ ਆ ਤੁਸੀਂ ਉਦਾਸੀ ਕਿਉਂ ਬਣ ਗਏ ਹੋ, ਤੁਸੀਂ ਕਿਉਂ ਭੇਖ ਧਾਰਨ ਕੀਤਾ ਹੈ, ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਉਲਟਾ ਸਵਾਲ ਕਰ ਰਹੇ ਹੋ, ਯਾਦ ਰੱਖੋ, ਸੰਵਾਦ ਕਰ ਰਹੇ ਨੇ। ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੂੰ ਬਣ ਜਾ ਰਹੇ, ਕਿਉਂ ਕਰ ਸਾਥ ਲੰਘਾਵੋ ਪਰ। 4 ਸਵਾਲ ਕਰਤੇ ਉਹਨਾਂ ਨੇ। ਅੱਗੇ ਫਿਰ ਗੁਰੂ ਸਾਹਿਬ ਉੱਤਰ ਦਿੰਦੇ ਆ, ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕਹਿ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਖਾਵਣ ਜਾ ਰਹੇ, ਨਾਨਕ ਗੁਰਮੁਖ ਉਤਰ ਸਪਾਰੇ। ਮੈਂ ਸਿਰਫ ਇੱਕ ਬੇਨਤੀ ਕੀਤੀ, ਪਰ ਉਸ ਸੰਵਾਦ ਦੇ ਵਿੱਚ ਜਿਹੜਾ ਆਪਾਂ ਕਰਮ ਪਕੜ ਚੁੱਕੇ ਹਾਂ ਸਿੱਖਾਂ ਵਿੱਚ, ਖਿਮਾ ਕਰ ਦਿਓ ਮੈਂ ਸੱਚ ਕਹਿਣਾ, ਉਹਨੂੰ ਕੋਈ ਥਾਂ ਨਹੀਂ ਦਿੱਤੀ ਗਈ। ਉੱਥੇ ਸੰਵਾਦ ਕਰਦੇ ਆ, ਜੇ ਕਾਲੀਪਨ ਹੁੰਦਾ ਹੈ ਤੇ ਮਹਾਰਾਜ ਨਾਲ ਹੀ ਕਹਿੰਦੇ ਰੋਸ ਨਾ ਕੀਜੈ ਉੱਤਰ ਜੀਜੈ, ਕ੍ਰੋਧਿਤ ਨਾ ਹੋਵੋ। ਤੁਸੀਂ ਸੰਵਾਦ ਚੱਲ ਰਿਹਾ ਹੈ, ਇਸ ਸੰਵਾਦ ਦੇ ਵਿੱਚ ਤੁਸੀਂ ਗੁੱਸਾ ਕਰਨ ਦੀ ਥਾਂ ਉੱਤਰ ਦਿਓ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਉਹਨਾਂ ਸੰਵਾਦ ਰਚਾਇਆ ਜੀ ਸਿਧਾਂਤ ਨੂੰ ਸਮਝਣ ਲਈ। ਫਿਰ ਇੱਕ ਗੱਲ ਹੋਰ, ਸੱਜਣ ਨੂੰ ਬਦਲਿਆ ਗੁਰਦੇਵ ਨੇ, ਅਨੰਨ ਸ਼ਰਧਾਲੂ ਬਣ ਗਿਆ। ਭਾਈ ਕੌਡੇ ਨੂੰ, ਰਾਖਸ਼ ਨੂੰ ਕੌਡਾ ਬਣਾ ਦਿੱਤਾ। ਭੂਮੀਏ ਨੂੰ, ਅਸਲ 'ਚ ਨਾਮ ਉਹਨਾਂ ਦਾ ਹੋਰ ਸੀ, ਭੂਮੀਆ ਚੋਰ ਪ੍ਰਚਲਿਤ ਸੀ, ਉਹਨੂੰ ਨੂਰ ਸ਼ਾਹ ਜਾਦੂਗਰਨੀ, ਹਾਲਾਂਕਿ ਨੂਰ ਸ਼ਾਹ ਪੁਲਿੰਗ ਹੈ, ਆਪਾਂ ਸਾਰੇ ਕਹਿੰਦੇ ਨੂਰ ਸ਼ਾਹ ਜਾਦੂਗਰਨੀ, ਅਸਲ 'ਚ ਇਹਦਾ ਇਹ ਨਾਮ ਨਹੀਂ ਸੀ। ਨੂਰ ਸ਼ਾਹ, ਇਹਦੇ ਫਾਦਰ ਦਾ ਨਾਮ ਸੀ ਧਰਿੰਦਰ ਨਾਥ, ਇਹ ਗੱਲ ਨੋਟ ਕਰਨ ਵਾਲੀ। ਇਹਦਾ ਜਿਹੜਾ ਫਾਦਰ ਸੀ ਨੂਰ ਸ਼ਾਹ ਜਾਦੂਗਰਨੀ, ਇਹਦੇ ਇਤਿਹਾਸ 'ਚ ਮੈਂ 2 ਨਾਂ ਪੜ੍ਹੇ ਨੇ, ਇੱਕ ਪਦਮਾਵਤੀ ਤੇ ਇੱਕ ਪਦਮਾ। ਇਹਦੇ ਬਾਪ ਦਾ ਨਾਮ ਸੀ ਧਰਿੰਦਰ ਨਾਥ, ਜਿਹੜਾ ਧਰਿੰਦਰ ਨਾਥ ਦਾ ਬਾਪ ਆ ਦਇਆ ਕੌਰ ਹੈ, ਤੇ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਮ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਨੇ ਬੜੇ ਸਤਿਕਾਰ ਨਾਲ ਲਿਆ ਹੈ। ਉਹ ਇੱਕ ਬਚਨ ਹੈ ਜੀ, ਇਹ ਅਰਥ ਅੱਗੇ ਆਪਾਂ ਕਰਾਂਗੇ। ਹਰ ਨਾਮ ਰਸਿਕ, ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਬ ਕਲ ਠਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਆਭਾਰ ਭਰੇ। ਆਪ ਥੋੜਾ ਜਿਹਾ ਗੁਰਮੁਖੋ ਧਿਆਨ ਨਾਲ ਸੁਣੀ ਜਾਓ ਮੇਰੀ ਬੇਨਤੀ ਜੀ, ਇਕਾਗਰਤਾ ਬਣਾਈ ਰੱਖਿਆ ਜੇ ਇਹ ਫੁਰਨਿਆਂ ਕਰਕੇ ਵੀ। ਹੁਣ ਉਸ ਵਕਤ ਮਹਾਰਾਜ ਜੀ ਦਾ ਜਦੋਂ ਆਗਮਨ ਹੁੰਦਾ ਹੈ, ਬਾਬਾ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ, ਉਂਝ ਸਾਡੇ ਇੱਕ ਪੁਰਾਣਾ ਗ੍ਰੰਥ ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਕਾ, ਉਹਦੇ ਵਿੱਚ ਗੁਰੂ ਰਾਮਦਾਸ ਜੀ ਦੇ ਇੱਕ ਭਰਾ ਤੇ ਭੈਣ ਦਾ ਜ਼ਿਕਰ ਕੀਤਾ ਹੈ, ਬਾਕੀ ਕਿਸੇ ਸਰੋਤ 'ਚ ਨਹੀਂ ਮਿਲਦਾ। ਪਰ ਮੇਰੀ ਬੇਨਤੀ ਹੈ, ਜੋ ਅਸੀਂ ਪੜ੍ਹਿਆ ਕਿ ਤਕਰੀਬਨ 2 ਸਾਲ ਦੀ ਉਮਰ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਤਾ ਜੀ, ਮਾਤਾ ਦਇਆ ਕੌਰ ਜੀ ਅਕਾਲ ਚਲਾਣਾ ਕਰ ਗਏ। ਇਹ ਚਲੋ ਇਤਿਹਾਸ ਆਪਾਂ ਸਾਰੇ ਜਾਣਦੇ ਹਾਂ। ਉਸ ਤੋਂ ਬਾਅਦ ਪਿਤਾ ਜੀ ਨੇ ਪਰਵਰਿਸ਼ ਸ਼ੁਰੂ ਕੀਤੀ। ਨਾਨੀ ਉਸ ਵਕਤ ਵੀ ਕੁਝ ਦਿਨ ਰਹਿ ਕੇ ਗਈ ਘਰ ਦੇ ਅੰਦਰ, ਪਰ ਜਦੋਂ ਵਾਪਸ ਚਲੇ ਗਏ, ਮੈਂ ਅਰਜ਼ ਕਰਾਂਗਾ ਕਿ ਸਨ 1541 ਨੂੰ, ਸ਼ਬਦ ਸੁਣਿਓ, ਤਕਰੀਬਨ ਇੰਨਾ ਕੁ ਸਮਾਂ ਸੀ ਜੀ। ਗੁਰੂ ਰਾਮਦਾਸ ਜੀ ਦੇ ਪਿਤਾ 7 ਸਾਲ ਦੀ ਉਮਰ ਗੁਰੂ ਰਾਮਦਾਸ ਜੀ ਦੀ, ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਬਾਬਾ ਹਰਦਾਸ ਜੀ ਵੀ ਚਲੇ ਗਿਆ। ਉਂਝ ਮੈਂ ਭਾਈ ਜੇਠਾ ਸ਼ਬਦ ਬੜਾ ਘੱਟ ਵਰਤ ਰਿਹਾ ਭਾਈ ਸਾਹਿਬ,
क्योंकि जिन्ना को मैं यतन किया, सच ये वे जेड़े गुरु अंगद साहब के 2 नाम जरूर आते हैं गुरमत साहित्य विच, लहणे पाई नानको, हाँ जी, वो मिलेगा। लहणा ते अंगद दोनों शब्द मिलणगे, पर भट्टा ने, भाई गुरदास साहब ने, भाई नंद लाल जी ने, ईवन कि भाई गुरदास साहब, भाई नंद लाल भट्टा ने किसी भी थां ते जेठे शब्द की वरतों नहीं की। ठीक, असीं इतिहास भी सुना दें कि वड्डा वड्डी संतान होने करके उन्होंने जेठा जी कहा जाता है, पर मैं भुला ना, सच एवे गुरु ग्रंथ साहिब किते जेठा शब्द नहीं, भाई गुरदास साहब ने किते जेठा शब्द नहीं वरतिया, भाई नंद लाल साहब ने, दशमेश पिता जी ने नहीं वरतिया जी। ये तकरीबन 7 साल की उम्र है जदों पिता जी चलाना कर गए। गल ध्यान नाल सुनियो, करामात वापरी है गुरियाई वाले दिन, पिता जी चलाना कर गए। उस तो बाद इतिहास कहता है नानी आई, उन्हें अपने दोते की संभाल शुरू कर दी। असल च लाहौर की धरती ते जिस उम्र च लोग अपने बच्चों की नींह पक्की करते आ, बुनियाद पक्की करते आ, जिस उम्र च लोग अपने बच्चों के लाड लड़ाते आ, उस उम्र च नानी घुगणियां उबाल के दिंदी सी ते धन गुरु रामदास में शब्द वरता अदब नाल उस सिर ते घुंगणियां दी टोकरी रख के गलियां विच घुंगणियां वेचदे हुंदे सन। वो समा वो आया। मैं अक्सर कहना हुन्ना कि इत्थे बहुत बंदे, दुनिया के इतिहास विच बहुत कुछ पिया है, बहुत बंदे ऐसे पैदा हुए जिन्हां दे जन्म वेले सिर दे उत्ते सोने दे छत्र सन, जिन्हां नूं सोने दे चमचां नाल, सोने दे भांडियां च रोटी खवाई, दुध पियाए गए, पर जदों अंतला समा आया उन्हां बंदियां नूं खफन भी नसीब नहीं होया। पर जिस गुरियाई की गल तुसीं कर रहे हो, इस सच्चे पातशाह की शुरुआत सिर ते टोकरी चुकण तो है। इहदी संपूर्णता इलाही सिर दे उत्ते छत्र झुलन ते है। मैं संपूर्णता का अर्थ निरंतरता है। सिर ते टोकरी चुकी, घुंगणियां बेचदे आ। पावर सिमरत ग्रंथ च एक बोल है, ये दुनिया की सच्चाई है प्यारिओ, याद रखियो। उंज वैसे रब करे सब दा भला होवे, किसी नूं दुख ना व्यापे। याद रखियो, जिन्नी देर तक बंदे नूं दुख नहीं आउंदा, ये दूजे दे दुख नूं महसूस नहीं कर सकदा। जिन्नी देर तक दुख नहीं आउंदा, उन्नी देर तक चेते रखियो छानना ला के पता नहीं लगता तेरा कौन है। बाबर सिमरत ग्रंथ च एक बोल है, वो कहते आ कि जदों रुख नूं फल लगते हैं, अंब लगे कोई फल लगता है, तुसीं देखिया पंछी किन्नी दूर तो चुंझां फैला के उस रुख का फल आके खांदे आ। जदों किते जंगलों नूं अग लग जाती है ना, जेड़े पंछी कई 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 पीढ़ियां शब्द वरतां, वो फल खांदे रहे आ। जिदन रुख नूं अग लगदी है, सब तो पहलां वो उड़ के जांदे आ, वो छड़ जांदे आ जी साथ। रुख दे विच फल है वृक्ष ते चुंझ खिलार के आउणगे। याद रखो, अग लग जाए तो खाण वाले पंछी भी साथ छड़ जांदे आ। बंदे कोल सुख है ते लोक रिश्ते पंछी की तरह चुंझ खिलार के आउणगे। जिदन किस दिन मुसीबत पै गई, याद रखियो सब तो नेड़े दे लोग भी साथ छड़ जांदे आ। ये सच्चाई है। उस पंडित हरदयाल लिखदा है, तर मैं फल हेर बिहंगम कह, गन आवत है छंज चोच बिसारै। फिर सुनियो, फल लगा रुख नूं, वो कहता वेखो पंछी चुंझ खिलार के आ रहे, तर मैं फल हेर बिहंगम कह, गन आवत है छंद चोच पिसारै। नर आपद में तर दाह लगे, बंदे ते मुसीबत पै जाए तो रुख नूं अग लग जाए, नर और बिहंगम दूर पधारै। रुख नूं अग लग जाए, पंछी भज जाते आ। घर च दुख की अग लग जाए तो खून के रिश्ते छड़ जाते हैं। इस सच्चाई नूं लै मैं कहना बड़ा सुख है। वो प्यारिओ, मैं तुहानूं इमोशन नहीं कर रहा, क्योंकि गुरु रामदास जी का नाम लिया सिख दे नेत्र सेजल हो जाते हैं। महाराज, इस कारण मैं कहना हुन्ना, भट्टां दे 123 सोईए ने गुरु ग्रंथ साहिब च, 123 सोईए 5 पातशाही दे विच। गुरु नानक साहब, गुरु अंगद साहब, गुरु अमरदास ते गुरु अर्जुन देव, इन्हां दी सिफत सिर्फ 63 सवैये ने। 60 सवैये कल्ले गुरु रामदास की सिफत विच ने। तो गिनती कर देखो, 123 सवैयां च 60 सवैये
गुरु रामदास की सिफत एक होर बेनती करा, उस वक्त वापरिया जेड़े रिश्तेदार गुरियाई ते जदों महाराज बराजमान हुंदे आ, उदन ताए दा पुत्तर भी आके कहंदा जी सिहारी मल तुसी चलो, तुहाडे तो बिना नहीं विआह पूरा होना। आखिर जिदन उत्थे झौंपड़ी च रहे, जिदन नानी बुचकी बन के कपड़ियां दी लैके आई, ताया तो उदन भी उत्थे सी। देखो ये नुकता एक। मेरी फिर बेनती, उत्थे घुंगणियां बेचते रहे। प्रिंसीपल हरभजन सिंह की शहीद सिख मेरी कालों की छोटी जी किताब है 10 पातशाहियां बारे, उन्होंने तो लिखिया है, कहते सन बड़ियां स्वादी घुंगणियां, लूण वालियां घुंगणियां। उन्होंने तो शब्द लिखे आ भी निक्का जिहा बच्चा सिर ते घुंगणियां की टोकरी रख के तुरया जा रहे। पर एक सच्चाई है, इनू आपां जेन च लै के तुरीए, क्योंकि साडी प्रॉब्लम ये वे, असीं कहने मैं दूजे की आस नहीं रखता। किहड़ा जिहड़ा दूजे की आस नहीं रखता? हर बंदा सुख विच अपने बंदियां की गिनती करदा। प्यारिओ याद रखियो, आस सिर्फ रब की रखिए, यदी भी छड्ड दईए, क्योंकि एक दिन इन्हें भी साथ छड्डना है। सब तो नेड़े यही है ना, मेरे तुहाडे नेड़े की शरीर है ना। पर महाराज ने एक शब्द बड़ा प्यारा वरते, मैं कल भी कहा सी जी, असी जाप शब्द पढ़ने सदा अंग संगे है। सदा अंग संगे क्या है? अंग संग का मतलब की है? आप कहने गुरु अंग संग, कहने अंग जिहड़ा संग तो बिना नहीं रह सकता। असी आए हैं जी, साड़ियाँ लत्तां इत्थे आईयां ने, अंग ने ना, अखां अंग ने, हथ अंग ने, पैर अंग ने, जिथे असी जाएंगे अंग ने संग ही रहना है। लख असी थके होइए पर आप लत्तां थोड़ा कहांगे बाजी इन्ने भजे हैं जी लत्तां घर छड्ड आइए। अंग संग रहिंदा है, ਇਹਦਾ मतलब है जिवें तेरे नेड़े अंग रहिंदा है ना, गुरु इस तो भी वध तेरे संग रहिंदा है। अंग अग नाल सड़ सकदे आ पर गुरु नहीं सड़दा हुंदा। मेरी फिर बेनती, समा आया एक शब्द मैं अपना होर साझा कर दियां, क्योंकि अज मिच्छा सी गुरियाई बारे। गुरु साहब जी ने, हालांकि कल मैं आपको बेनती करके गया सा बाबा दीप सिंह जी बारे। नहीं प्यारिओ, मैं अगे भी बेनती करांगा, सिख का दर्जा बहुत उच्चा जी, याद रखियो। मैं आपको अक्सर कहना हुन्ना, अज असी देह की गल करते हैं ना, ये देह की पूजा शुरू हो गई। असी कहने असी गुरु ग्रंथ साहब नूं मानने। मैं कई बार कहना हुन्ना, इस मनन नूं ईगो च ना लै जाइए। सुनो, असी कहने असी एक तो बिना किसी की परवाह नहीं करते। मैं एक दिन पाठ करा, महाराज का एक शब्द है, एको एक कह सब कोई खौमै गर्भ व्यापे। कहते एक ओंकार कहते भी हंकार तुरे फिरदे आ, इन्हां नूं समझ ही कोई नहीं एक की है। देखो किड्डा बरीक बचन है, एको एक कह सब कोई हौमै गर्भ व्यापे। गुरु ग्रंथ साहब महाराज उन्हां च मैं फिर अर्ज करांगा, पैसे च बड़ी ताकत है, जिन्हों याद रखियो। खिमा कर दिया जी, कबीर साहब ने सारी जिंदगी माया की रज के निंदिया की, इतों तक क्या नाको काटी कानों काटी काट कूट के डारी शब्द वरते। अखीर दे एक दिन उन्होंने भी कहना पिया, ग्रह शोभा जाके रे नाहे आवत पईया खुद है जाए, जिदे कर पैसा नहीं उहदे कर भरौणे नूं रोटी कित्थों मिलनी है। लोड़ उन्होंने ही पासी। मैं फिर अर्ज करांगा, एक शब्द है जी गुरु ग्रंथ साहब च ओंकार दी बाणी च है, बड़ी खेड़े दी जी, ये सच्चाई जे, पर रब दे घर च दी कोई कीमत नहीं। इस चार तुकां ने आत सैल नीच कर होए। सुनो इस तुक नूं गुरमुखो, आत देव देख निवै जस जिस दोए, आत होए तां मुगध सियाना भगत बिगुना जग बुराना। सुन थोड़ा सुनियो, थोड़ी आवाज़ घट करो, कोई आ रही कोई बोल रहा विच प्लीज़, क्योंकि मैनू साउंड तंग कर रही है। मैं वह अंतरजामी कोई नहीं, पर वो अंदर नूं हिट कर रही मेरे। प्लीज़ वेखो वो च बचन असीं पढ़ने आत दर से पैसा, कहते नीच बंदे दे घर भी पैसा होवे ना, रसीदा कट्टण वाले सारे उत्थे अपड़ जाते हैं। इस सच्चाई है। आत सैल इहदा अर्थ है पैसा, नीच घर भी होवे, आत सैल नीच कर होए, आत देख निवै जिस दोए। अमीर गरीब दोवें मत्था टेक देंदे आ। बाबा जी कहने आत होए तां मुगध सियाना। गुरु नानक साहब कहने पैसा कोल होवे, सच एवे जेड़े एक लफ्ज नहीं बोल सकते, पैसा कोल होवे सैमीनारां दे उद्घाटन वो करदे पे। एक दिन जेड़े स्कूल नहीं गए, आत होए सा मुगध सियाना, मूर्ख भी सियाना बन गया, भगत भी खूना जग बोराना। पर लोको जे परमात्मा की भगती नहीं, पैसे तो बिना भगती तो बिना शदाई शदाई ने।
एक मैं होर आप नूं बेनती करांगा, वह मैं विषय तो दूर नहीं जावांगा। एक होए ने वजीदा जी, वजीद बाबा वजीद, शायद तुसीं पढ़िया होना है। उन्हां दे दोहड़े बड़े कमाल दे ने। वो किताबां मिल जांदियां ने जी, प्रोफैसर प्यारा सिंह पदम होना दी है। आ जिहड़ा पढ़दे नहीं इक ना दे कर पुत पुत्तां कर पोतरे, ये असल च है नहीं उन्हां दा। मैं जिन्ने उन्हां दी सारी रचना पढ़न दा यतन कीता है, ਉਹਦੇ ਵਿੱਚ एक उन्हां दा दोड़ा है ਜਿਹੜਾ ਕਹਿੰਦਾ ਵਜੀਦਿਆ ਕੌਣ ਕਹਿ ਰੱਬ ਨੂੰ ਇੰਜ ਨਹੀਂ ਤਾਂ ਇੰਜ ਕਰ। ਇੱਕ ਮੈਂ ਤੁਹਾਨੂੰ ਸੁਣਾਨਾ, ਉਹ ਕਹਿੰਦਾ ਵੀ ਤੇਰੇ ਅੱਗੇ ਜ਼ੋਰ ਥੋੜਾ ਹੈ, ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ। ਜਿਨ੍ਹਾਂ ਬੰਦਿਆਂ ਨੂੰ ਗੱਲ ਕਰਨ ਦੀ ਅਕਲ ਨਹੀਂ, ਜਦੋਂ ਦੇਣ ਤੇ ਉਹਨਾਂ ਹਾਥੀਆਂ ਘੋੜਿਆਂ ਦੀਆਂ ਸਵਾਰੀਆਂ ਦੇ ਦੇਣ। ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ, ਜਿਹੜੇ ਸਾਰੀ ਜ਼ਿੰਦਗੀ ਵਿਚਾਰੇ ਪੱਥਾ ਮਾਰਦੇ ਰਹੇ ਕਿਤਾਬਾਂ ਨਾਲ, ਉਹਨਾਂ ਨੂੰ ਪੈਰਾਂ ਵਿੱਚ ਪਾਉਣ ਲਈ ਜੁੱਤੀ ਵੀ ਨਹੀਂ। ਤੇਰੀ ਖੇਡ ਨਾ ਇੱਕ ਦਾਤੇ ਇੱਕ ਭਿਖਾਰੀ ਜੀ। ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ, ਸੁਣਿਓ, ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ, ਕਰਨ ਸੁਗੜ ਮਜੂਰੀ ਮੂਰਖ ਦੇ ਜਾਏ ਘਰ। ਉਹ ਪੜ੍ਹੇ ਲਿਖੇ ਬੰਦੇ ਭਾਰਤ ਵੀ ਤੁਸੀਂ ਦੇਖੋ, ਅਨਪੜ੍ਹ ਬੰਦਾ, ਮੈਂ ਬਿਹਾਰ ਸੀ ਜੋ, ਉਹ ਮੇਰਾ ਖਿਆਲ ਹੈ ਹੈਲਥ ਮਿਨਿਸਟਰ ਦੀ ਸਹੁੰ ਚੁੱਕਣ ਲੱਗਾ, ਉਹਨੂੰ ਲਫ਼ਜ਼ ਨਹੀਂ ਬੋਲਣਾ ਆਉਂਦਾ ਸੀ, 10ਵੀਂ ਵੇਲ ਸੀ। ਜਦੋਂ ਉਹਦੀ ਲਾਲ ਬੱਤੀ ਲੱਗ ਗਈ ਤੇ IPS ਅਫਸਰ ਉਹਨੂੰ ਸਲੂਟ ਪਿਆ ਮਾਰਦਾ। ਮੈਂ ਕਿਹਾ ਵਾਹ ਰੱਬਾ, ਵਜੀਦੇ ਦੀ ਗੱਲ ਠੀਕ ਹੀ ਹੈ ਨਾ। ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ, ਕਰਨ ਸੁਗੜ ਮਜੂਰੀ ਮੂਰਖ ਦੇ ਜਾਏ ਘਰ। ਵਜੀਦਿਆ ਕੌਣ ਕਹੇ ਸਾਹਿਬ ਨੂੰ ਅੰਜ ਨਹੀਂ ਤੇ ਇੰਜ ਕਰ। ਇਹ ਬਦਲੀ ਘਰ ਥੋੜੀ ਇਹਨਾਂ ਦੀ। ਅਗਲੀ ਗੱਲ ਹੋਰ, ਗਊਆਂ ਦਿੰਦਾ ਘਾਹ ਮਲੀਦਾਂ ਕੁੱਤਿਆਂ। ਵੇਖੋ ਲਫ਼ਜ਼ ਉਹਨੇ ਬੜੇ ਸਿੱਧੇ ਵਰਤੇ ਆ। ਗਾਵਾਂ ਨੂੰ ਸਾਰੇ ਪੱਠੇ ਪਾਉਂਦੇ ਸਾਂ ਜੀ। ਇਹ ਗਤਾਵਾ ਕਰਦੇ, ਪਤਾ ਗਤਾਵੇ ਦਾ? ਹਾਂ, ਇੱਥੋਂ ਵਾਲੇ ਬੱਚਿਆਂ ਨੂੰ ਕੋਈ ਨਹੀਂ ਪਤਾ। ਗਤਾਵਾ ਰੋਣੀ ਕਹਿੰਦੇ ਖੋਰੇ ਦੇ। ਹਾਂ, ਇਹ ਤੇ ਕਹਿੰਦੇ ਗਤਾਵਾ, ਉਹ ਤੂੜੀ ਪਾ ਕੇ ਵਿੱਚ ਖਲ ਪਾ ਕੇ, ਸਾਡੇ ਸੰਦਲਬਾਰ 'ਚ ਹੀ ਕਹਿੰਦੇ ਸਨ ਗਤਾਵਾ ਜੀ। ਮੈਂ ਤਾਂ ਆਪਣੇ ਪਾਕਿਸਤਾਨੀ ਲਫ਼ਜ਼ ਵਰਤਣਾ ਵਾ ਜੋ ਮੇਰੇ ਪੁਸ਼ਤੈਨੀ ਮਿਲੇ। ਕਹਿੰਦਾ ਵੀ ਗਾਂ ਨੂੰ ਤਾਂ ਗਤਾਵਾ ਕਰਦੇ ਆ ਤੂੜੀ ਪਾ ਕੇ, ਕਹਿੰਦਾ ਕੁੱਤੇ ਨੂੰ ਗੋਦੀ 'ਚ ਬਿਠਾ ਕੇ ਨਿੱਪਲ ਨਾਲ ਦੁੱਧ ਪਿਆਈ ਜਾਂਦੇ ਆ। ਇਸ ਤਰ੍ਹਾਂ ਨਾ ਜੀ, ਇਹ ਬੰਦੇ ਨੇ ਸਦੀ ਪਹਿਲਾਂ ਗੱਲ ਕਹੀ, 1.5 ਸਦੀ। ਕਹਿੰਦਾ ਗਊਆਂ ਦਿੰਦਾ ਘਾਹ ਮਲੀਦਾਂ ਕੁੱਤਿਆਂ, ਜਾਗਦਿਆਂ ਦੀ ਖੋ ਕੇ ਦਿੰਦਾ ਸੁੱਤਿਆਂ। ਜਿਹੜੇ ਮਾਂ ਪਿਓ ਸਾਰੀ ਜ਼ਿੰਦਗੀ ਮਰ ਗਏ ਦਿਹਾੜੀ ਕਰਦੇ ਹੈ, ਨਿਆਣੇ ਸੁੱਤੇ ਨੇ 10 ਵਜੇ ਤੱਕ, ਮਾਂ ਬਾਪ ਬਸ ਹੋ ਗਈ। ਕਮਾਲ ਦੀ ਗੱਲ ਹੈ, ਜਦੋਂ ਮਰਨ ਲੱਗੇ ਸੁੱਤੇ ਰਾਜੇ ਬਣ ਗਏ, ਜਿਹੜੇ ਜਾਗਦੇ ਰਹੇ ਵਿਚਾਰੇ ਮਥਾਜ ਹੋ ਗਏ, ਉਹ ਨਰਸਿੰਗ ਹੋਮ ਚਲੇ ਗਏ। ਇਹ ਸੱਚਾਈ ਹੈ। ਗਊਆਂ ਦਿੰਦਾ ਘਾਹ ਮਲੀਦਾਂ ਕੁੱਤਿਆਂ, ਜਾਗਦਿਆਂ ਦੀ ਖੋ ਕੇ ਦਿੰਦਾ ਸੁੱਤਿਆਂ। ਚੌਂ ਕੁੰਡੀ ਹੈ ਪਾਣੀ, ਥਲ ਸਰਬ ਸਰਬ ਜੀਦਿਆ, ਕੌਣ ਕਹਿ ਸਾਹਿਬ ਨੂੰ ਅੰਜ ਨਹੀਂ ਤੇ ਅੰਜ ਕਰ। ਕਿਉਂਕਿ ਉਹਦੀਆਂ ਗੱਲਾਂ ਬੜੀਆਂ। ਮੈਂ ਬੇਨਤੀ ਆਪ ਨੂੰ ਕਰਨ ਲੱਗਾ, ਪੈਸਾ ਬੜੀ ਵੱਡੀ ਤਾਕਤ ਹੈ, ਪਰ ਯਾਦ ਰੱਖਿਓ ਸ਼ਬਦ ਦੀ ਤਾਕਤ ਸਾਹਮਣੇ ਪੈਸਾ ਕੁਛ ਵੀ ਨਹੀਂ। ਜਿਹੜੀ ਉਹ ਤਾਕਤ ਹੈ ਉਹਦੇ ਸਾਹਮਣੇ ਕੁਛ ਨਹੀਂ। ਸਮਾਂ ਆਇਆ, ਸੱਚ ਇਹ ਵੇ ਕਿਸੇ ਨੇ ਵੀ ਗੁਰੂ ਰਾਮਦਾਸ ਨੂੰ, ਮੈਂ ਲਫ਼ਜ਼ ਨਾ ਵਰਤਾਂ, ਸਾਂਭਿਆ ਨਹੀਂ। ਜੇ ਕੰਮ ਨਹੀਂ ਚੱਲਿਆ, ਨਾਨੀ ਆਈ, ਉਹ ਵਿਚਾਰੀ ਬਣਾਉਂਦੀ ਰਹੀ ਕੁੰਗਣੀਆਂ। ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਚਿਤ ਨਾ ਤਰੇ, ਉਹ ਸੱਚਾਈ ਹੈ। ਨਾਨੀ ਨੇ ਦੇਖਿਆ ਇਹਦਾ ਸਮਾਂ ਨਹੀਂ ਇੱਥੇ ਨਿਕਲਣਾ। ਇਤਿਹਾਸ ਕਹਿੰਦਾ ਰਾਤ ਨੂੰ ਨਾਨੀ ਨੇ ਆਪਣੇ ਦੋਤੇ ਨੂੰ ਕਿਹਾ, ਪੁੱਤ ਆਪਾਂ ਇੱਥੇ ਰਹਿਣਾ ਨਹੀਂ। ਸਮਝੋ ਵੀ ਗਏ ਵੀ ਕੋਈ ਨਹੀਂ ਆਪਣੇ ਗਲੇ ਨਾਲ ਲਾਂਦਾ। ਮੈਂ ਪਿਛਲੇ ਸਾਲ ਇਹ ਗੱਲ ਕਹੀ ਸੀ ਮੰਜੀ ਸਾਹਿਬ। ਉਸ ਵਕਤ ਕਹਿੰਦੇ ਨੇ ਮਾਤਾ ਜੀ, ਬੇਬੇ, ਜੋ ਵੀ ਸ਼ਬਦ, ਜਿਵੇਂ ਤੁਸੀਂ ਕਹਿਣਗੇ ਪੁੱਤ ਚੱਲ ਸਵੇਰੇ ਤਾਲਾ ਮਾਰ, ਆਪਣੇ ਕੱਪੜੇ ਬੁਚਕੀ 'ਚ ਬੰਨ ਲੈ। ਬੁਚਕੀ ਸਮਝਦੇ ਨਾ, ਗਠੜੀ, ਸਾਡੇ ਬੁਚਕੀ ਕਹਿੰਦੇ ਸਨ। ਬੰਨ ਲੈ ਸਵੇਰੇ, ਜੀ ਉਹਨਾਂ ਕੱਪੜੇ ਬੰਨ ਲੈ। ਗੁਰੂ ਰਾਮਦਾਸ ਨੇ ਆਪਣੇ ਘਰ ਨੂੰ ਤਾਲਾ ਲਾਇਆ। ਪਿਛਲੇ ਸਾਲ ਮੈਂ ਕਿਹਾ ਸੀ, ਸਤਿਗੁਰੂ ਜਿੱਥੇ ਜਨਮ ਹੋਇਆ ਉੱਥੇ ਤੁਸੀਂ ਆਪਣੇ ਹੱਥੀਂ ਆਪਣੇ ਪਿਤਾ ਦੇ ਘਰ ਨੂੰ ਤਾਲਾ ਲਾ ਕੇ ਆਏ। ਕਿਸੇ ਨੇ ਕਿਹਾ ਵੀ ਚੱਲਿਆ ਹੈ ਭਾਈ ਹਰਦਾਸ ਦਾ ਪੁੱਤਰ ਹੋਏ, ਰੱਖ ਲਓ ਇਹਨੂੰ, ਨਾ ਜਾਣ ਦਿਓ, ਆਪਣੀ ਅੰਸ ਬੰਸ ਹੈ। ਮੇਰੇ ਮਨ 'ਚ ਆਇਆ, ਮੈਂ ਲਾਹੌਰ ਗਿਆ ਜੀ, ਮੈਂ 2 ਵਾਰੀ ਰਿਹਾ ਅਤੇ ਦੋਵੇਂ ਰਾਤਾਂ ਅਸੀਂ ਗੁਰੂ ਰਾਮਦਾਸ ਦੇ ਚਰਨਾਂ 'ਚ ਰਿਹਾ। ਮੈਂ ਹੋਟਲ 'ਚ ਨਹੀਂ ਰਿਹਾ। ਜੋ ਸਕੂਨ ਉਹਦੇ ਦਰ 'ਤੇ ਹੈ, ਚੂਨਾ ਮੰਡੀ ਤੁਸੀਂ ਜਾਓਗੇ ਤੇ ਪਲੀਜ਼ ਰਾਤ ਰਹਿਣ ਦਾ ਯਤਨ ਕਰਿਓ। ਉੱਥੇ ਮੇਰੇ ਮਨ 'ਚ ਆਇਆ ਵੀ ਜਦੋਂ ਗੁਰਦੇਵ ਤੁਰੇ ਹੋਣਗੇ, ਮੈਂ ਸਵੇਰੇ ਸਵਖਤੇ ਨਿਕਲਿਆ ਅੰਮ੍ਰਿਤ ਵੇਲੇ ਤੋਂ ਬਾਅਦ,
ਭੀੜੀਆਂ ਗਲੀਆਂ ਨੇ ਜੀ, ਚੂਨਾ ਮੰਡੀ ਜਿਹੜੇ ਪਾਕਿਸਤਾਨ ਗਏ, ਮੈਨੂੰ ਇੰਝ ਲੱਗਾ ਜਿਵੇਂ ਜੂੜਾ ਕੀਤਾ ਹੋਇਆ ਤੇ ਸਿਰ ਤੇ ਟੋਕਰੀ ਚੁੱਕ ਕੇ ਤੁਰਿਆ ਜਾ ਰਿਹਾ ਕੋਈ। ਪਰ ਉਸ ਦਿਨ ਮੈਂ ਕਿਹਾ, ਜਿੱਦਣ ਇੱਥੇ ਤਾਲਾ ਲੱਗਾ ਉਸ ਦਿਨ ਖੋਣੀ ਹੱਸੀ। ਉਸ ਦਿਨ ਕਰਤਾਰ ਨੇ ਕਿਹਾ, ਬੇਟਾ ਇਸ ਘਰ ਨੂੰ, ਮੇਰਾ ਖਿਆਲ ਹੈ ਇਸ ਘਰ ਨੂੰ ਤਾਲਾ ਲੱਗ ਚੱਲੇ, ਇਹੋ ਜਿਹਾ ਘਰ ਤੇਰਾ ਬਣ ਜਾਏਗਾ ਜਿਹਨੂੰ ਬਾਹਰੋਂ ਕੁੰਡੀ ਵੀ ਨਹੀਂ ਲੱਗੀ ਹੋਵੇ ਕਰੇਗੀ। ਯਾਦ ਰੱਖਿਓ, ਗੁਰੂ ਰਾਮਦਾਸ ਦੇ ਦਰਬਾਰ ਸਾਹਿਬ ਨੂੰ ਕਿਸੇ ਵੀ ਦਰਵਾਜ਼ੇ ਨੂੰ ਬਾਹਰ ਕੁੰਡੀ ਨਹੀਂ ਹੈਗੀ। ਤੁਹਾਨੂੰ ਪਤਾ ਬਾਹਰੋਂ ਨਹੀਂ ਖੁੱਲਦਾ ਬੂਆ, ਚਾਰੇ ਦਰਵਾਜ਼ੇ ਨੇ। ਮੈਂ ਦਰਸ਼ਨ ਡਿਊਟੀ, ਈਵਨ ਕਿ ਦਰਸ਼ਨੀ ਡਿਊਟੀ ਵੀ ਬਾਹਰੋਂ ਨਹੀਂ ਖੁੱਲਦੀ। ਤੁਸੀਂ ਦੇਖਿਓ ਜਦੋਂ ਖੁੱਲਦੀ ਅੰਦਰੋਂ ਖੁੱਲਦੀ ਹੈ, ਬਾਹਰੋਂ ਨਹੀਂ। ਮਹਾਰਾਜ ਜੀ ਨੇ ਉਸ ਵਕਤ, ਨਾਨੀ ਨੇ ਕਿਹਾ, ਉਹਨਾਂ ਨੇ ਆਪਣਾ ਕੱਪੜੇ ਬੰਨੇ ਨਾਲ ਤੁਰ ਪਏ, ਪਿੰਡ ਬਾਸਰ ਕੇ ਆਏ। ਮੇਰੀ ਫਿਰ ਬੇਨਤੀ ਹੈ ਜੀ, ਇਹੀ ਪਿੰਡ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ। ਜਿਸ ਵਕਤ ਨਾਨੀ ਲੈ ਕੇ ਆਈ, ਗੁਰੂ ਅਮਰਦਾਸ ਇਤਿਹਾਸ ਕਹਿੰਦਾ ਉਸ ਵਕਤ ਗੁਰੂ ਅੰਗਦ ਸਾਹਿਬ ਦੀ ਚਰਨ ਸ਼ਰਨ 'ਚ ਜਾ ਚੁੱਕੇ ਸਨ। ਕੁਛ ਵਿਦਵਾਨ ਨੇ ਕਹਿੰਦੇ ਆ, ਪਰ ਅਮਰਦਾਸ ਸਤਿਗੁਰੂ ਆਏ, ਨਾਨੀ ਨੇ ਦੱਸਿਆ ਦਾ ਸਹਾਰਾ ਕੋਈ ਨਹੀਂ। ਮਹਾਰਾਜ ਜੀ ਨੇ ਬੱਚੇ ਵੱਲ ਦੇਖਿਆ, ਕਹਿਣ ਲੱਗੇ ਇਹਨਾਂ ਨੂੰ ਗੋਇੰਦਵਾਲ ਸਾਹਿਬ ਲਾਇਆ, ਇਹਦਾ ਸਹਾਰਾ ਹੈ। ਫਿਰ ਬੇਦੀ ਲਾਹੌਰ ਤੋਂ ਪੜਾਂ ਪਿੰਡ ਬਾਸਰ ਕੇ ਤੋਂ ਧੰਨ ਗੁਰੂ ਰਾਮਦਾਸ ਫਿਰ ਗੋਇੰਦਵਾਲ ਸਾਹਿਬ ਆ ਗਏ। ਗੋਇੰਦਵਾਲ ਜਿਹੜੀ ਉਹ ਮਿਲਣੀ ਸੀ, ਗੁਰੂ ਅਮਰਦਾਸ ਗੁਰਿਆਈ ਤੇ ਵਿਰਾਜਮਾਨ ਨੇ। ਸਾਡਾ ਇਤਿਹਾਸ ਇਹ ਸ਼ਬਦ ਕਹਿੰਦਾ ਹੈ ਕਿ ਗੁਰੂ ਅਮਰਦਾਸ ਜਦੋਂ ਗੁਰੂ ਰਾਮਦਾਸ ਤੇ ਨਜ਼ਰ ਕੀਤੀ, ਇੱਕ ਸਵਈਆ ਮੈਂ ਪੜਾਂਗਾ ਜੀ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਉਂਝ ਵੈਸੇ ਪ੍ਰੋਫੈਸਰ ਸਾਹਿਬ ਸਿੰਘਾਂ ਇਹ ਅਰਥ ਕੀਤੇ ਆ ਕਿ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਬਹੁਤ ਵੱਡਾ ਸਕੂਨ ਮਿਲਿਆ। ਗੁਰੂ ਦਾ ਅਰਥ ਹੁੰਦਾ ਵੱਡਾ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਸਤ ਸਿੱਧ ਕੋ ਬਿੱਧ ਮਿਲਾਇਓ। ਜਿਹੜੀ ਅੰਦਰ ਦੀ ਪਿਆਸ ਸੀ, ਸੱਚ ਵੇ ਗੁਰੂ ਅਮਰਦਾਸ ਦੇ ਦਰਸ਼ਨ ਕੀਤਿਆਂ ਤ੍ਰਿਪਤ ਹੋ ਗਿਆ। ਤ੍ਰਿਪਤ ਤਾਂ ਪਹਿਲੇ ਵੀ ਸਨ। ਬਾਂਸ ਸਿੱਧ ਕੋ ਬਿੱਧ ਮਿਲਾਇਓ, ਪੂਰਨ ਭੋ ਮਨ ਠੌਰ ਬਸੋ, ਰਸ ਬਾਸਨ ਸਿਓ ਜੋ ਦੰਗ ਦਿਸਤਾਇਓ। ਉੱਥੇ ਸ਼ਬਦ ਵਰਤਿਆ, ਗੋਬਿੰਦਵਾਲ ਗੋਬਿੰਦਪੁਰੀ ਸਮ, ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਭਾਸ ਬਣਾਇਓ, ਗਇਓ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਅਰਜ਼ ਕਹੇ, ਨਾਨੀ ਵੀ ਅਕਾਲ ਚਲਾਣਾ ਕਰ ਗਈ। ਮੈਂ ਕਈ ਵਾਰੀ ਸੋਚਣਾ ਗੱਲਾਂ ਕਰਨੀਆਂ ਸੌਖੀਆਂ ਨੇ, ਇੱਕ ਦੁਨੀਆ ਦੀ ਸੱਚਾਈ ਜੇ, ਮੌਤ ਦੀਆਂ ਕਥਾ ਮੈਂ ਵੀ ਕਰਨਾ, ਤੁਸੀਂ ਸੁਣਦੇ ਹੋ। ਅਸੀਂ ਸੰਸਾਰ 'ਚ ਰਹਿੰਦੇ ਹਾਂ, ਵਿਚਰਦੇ ਹਾਂ। ਜਦੋਂ ਅੱਤ ਦਾ ਨਜ਼ਦੀਕੀ ਘਰ ਉੱਠਦਾ, ਉਦੋਂ ਅਹਿਸਾਸ ਹੁੰਦਾ ਮੌਤ ਕੀ ਹੈ। ਪਹਿਲਾਂ ਨਹੀਂ, ਪਹਿਲਾਂ ਤਾਂ ਫਾਰਮੈਲਿਟੀ ਹੈ ਨਾ, ਜਾਣਦੇ ਹਾਂ ਜੀ ਕੀ ਹੋ ਗਿਆ ਜੀ, ਬੜਾ ਮਾੜਾ ਹੋਇਆ ਜੀ। ਜਿੱਦਣ ਆਪਣਾ ਉੱਠਦਾ ਨਾ ਨੇੜਿਓਂ, ਭਾਵੇਂ ਬਜ਼ੁਰਗ ਉੱਠੇ, ਅੰਦਰ ਨੂੰ ਸੀਨੇ ਨੂੰ ਰੁੱਗ ਭਰਿਆ ਜਾਂਦਾ ਜੀ। ਕਹਿਣਾ ਬਹੁਤ ਸੌਖਾ। ਫਕੀਰ ਕੋਈ ਮਰਦਾ ਸੀ, ਕਹਿੰਦੇ ਨੇ ਘੁੰਗਰੂ ਪਾ ਕੇ ਨੱਚਦਾ ਸੀ, ਦੁਨੀਆ ਝੂਠੀ ਦੁਨੀਆ ਝੂਠੀ। ਇੱਕ ਦਿਨ ਆਪਣਾ ਪੁੱਤ ਮਰ ਗਿਆ, ਲੋਕਾਂ ਕਿਹਾ ਅੱਜ ਨੱਚੇਗਾ। ਨੱਚਿਆ ਉਦਣ ਵੀ, ਪਰ ਅੱਜ ਪੈਰਾਂ 'ਚੋਂ ਜਾਨ ਨਹੀਂ ਸੀ ਜਿਹੜੀ ਲੋਕਾਂ ਦੀ ਅਰਥੀਆਂ ਵਿੱਚ ਸੀ। ਮੈਂ ਆਪ ਨੂੰ ਫਿਰ ਬੇਨਤੀ ਕੀਤੀ ਕਿ ਯਾਦ ਰੱਖਿਓ, ਦੁੱਖ ਮੁਸੀਬਤ ਤੇ ਨਾਨੀ ਚਲੀ ਗਈ, ਧੰਨ ਗੁਰੂ ਅਮਰਦਾਸ ਜੀ ਨੂੰ ਬਾਂਹ ਪਕੜਾ ਦਿੱਤੀ। ਮੈਂ ਥੋੜ੍ਹਾ ਜਿਹਾ ਇਤਿਹਾਸ ਲਿਆ ਜੀ, ਆਪਾਂ ਗੁਰਿਆਈ ਤੱਕ ਆਉਣਾ। ਤੇ ਮੈਂ ਹੈਰਾਨ ਹੁੰਨਾ, ਗੋਇੰਦਵਾਲ ਸਾਹਿਬ ਸਤਿਗੁਰੂ ਤਕਰੀਬਨ 21 ਸਾਲ ਦੇ ਕਰੀਬ, 20 ਸਾਲ ਕਹਿ ਲਓ, 19 ਤੇ 21 ਸਾਲ ਦੇ ਕਰੀਬ 2 ਦਹਾਕੇ ਸਿਰਫ ਗੋਇੰਦਵਾਲ ਸਾਹਿਬ ਰਿਹਾ, ਪਰ ਸਾਖੀਆਂ ਕੁਝ ਵੀ ਨਹੀਂ। ਇਹਦਾ ਮਤਲਬ ਇਤਿਹਾਸ ਨਹੀਂ ਉਹਨਾਂ ਸਾਂਭਿਆ ਗਿਆ। 21 ਸਾਲ ਥੋੜ੍ਹੇ ਹੁੰਦੇ ਆ। 12 ਸਾਲ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੇ 21 ਸਾਲ ਦੇ ਕਰੀਬ ਗੋਇੰਦਵਾਲ ਸਾਹਿਬ ਮਿਹਰ ਕੀਤੀ। ਇੱਥੇ ਜਿੱਥੇ ਆ ਮਿਲਣੀ ਹੋਈ, ਕਿਉਂਕਿ ਕਿਤਾਬਾਂ ਕੁਝ ਹੋਰ ਲਿਖਦੀਆਂ, ਜਦੋਂ ਆਪਾਂ ਜਾਂਦੇ ਹਾਂ ਉੱਥੇ ਇੱਕ ਗੁਰੂ ਰਾਮਦਾਸ ਜੀ ਦਾ ਖੂਹ ਹੈ ਗੋਇੰਦਵਾਲ। ਜਦੋਂ ਜਾਓਗੇ ਤਾਂ ਪਲੀਜ਼ ਜ਼ਰੂਰ ਜਾਇਓ। ਜੇ ਐਵੇਂ ਨਹੀਂ ਕਿਹਾ ਚੁਬਾਰੇ 'ਚ ਕੀ ਹੈ, ਉੱਥੇ ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਏ। ਗੁਰੂ ਰਾਮਦਾਸ ਜੀ ਨੂੰ ਗੁਰਿਆਈ ਮਿਲੀ, ਜਿਹੜਾ ਦਿਨ ਮਨਾ ਰਹੇ ਹਾਂ। ਉੱਥੇ ਗੁਰੂ ਅਰਜਨ ਦੇਵ ਦਾ ਆਗਮਨ ਹੋਇਆ, ਉੱਥੇ ਗੁਰੂ ਰਾਮਦਾਸ ਜੀ ਨੇ ਪਿਆਨਾ ਕੀਤਾ। ਪਰ ਇਹ ਥਾਵਾਂ ਲਾਲ ਕਿਲੇ ਦੀ ਤਰ੍ਹਾਂ ਵੇਖਣ ਵਾਲੀਆਂ ਨਹੀਂ। ਮੈਂ ਤੁਹਾਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ, ਇਹ ਤਾਜ ਮਹਿਲ ਦੀ ਤਰ੍ਹਾਂ ਨਹੀਂ। ਜਦੋਂ ਇਤਿਹਾਸਕ ਥਾਂ 'ਤੇ ਜਾਈਏ, ਅਸੀਂ ਇਹ ਨਾ ਜਾਈਏ ਮੈਂ 2023 'ਚ ਜਾ ਰਿਹਾ। 2023 'ਚ ਤਾਂ ਬਹੁਤ ਬਦਲ ਚੁੱਕਾ ਉਹ ਥਾਂ। ਆਪਣੀ ਸੁਰਤ ਨੂੰ
ਉਡਾਰੀ ਮਾਰ ਕੇ ਪਿੱਛੇ ਲੈ ਜਾਈਏ ਜਦੋਂ ਸਤਿਗੁਰੂ ਉੱਥੇ ਬੈਠੇ ਸਨ। ਇੱਕੋਦਮ ਰਸ ਆ ਜਾਂਦਾ ਹੈ, ਰਸ ਪੂਰਤ ਹੋ ਜਾਂਦਾ ਬੰਦਾ। ਉੱਥੇ ਖੋਹ ਹੈ ਗੁਰੂ ਰਾਮਦਾਸ ਜੀ ਦਾ। ਸਾਖੀ ਮੈਂ ਵੀ ਇਸ ਤਰ੍ਹਾਂ ਸੁਣਾਉਂਦਾ, ਉਹਦੇ ਸਾਹਮਣੇ ਚੁਬਾਰਾ ਦਿਸਦਾ, ਵਿੱਚ ਗਲੀ ਹੈ, ਗਲੀ ਤੋਂ ਪਾਰਲੇ ਪਾਸੇ ਖੂਹ ਹੈ। ਗੁਰੂ ਰਾਮਦਾਸ ਦੁਪਹਿਰੇ ਉਸ ਖੂਹ ਤੇ ਬੈਠ ਕੇ ਜਲ ਛਕਾਉਂਦੇ ਸਨ। ਉਹਨਾਂ ਜਲ ਛਕਾਣਾ ਕਰਨਾ। ਇਤਿਹਾਸ ਕਹਿੰਦਾ ਹੈ ਕਿ ਮਾਤਾ ਮਨਸਾ ਦੇਵੀ ਧੰਨ ਗੁਰੂ ਅਮਰਦਾਸ ਚੁਬਾਰੇ ਸਨ ਤੇ ਮਾਤਾ ਜੀ ਨੇ ਸ਼ਬਦ ਕਹੇ ਸਨ ਹਜ਼ੂਰ ਨੂੰ, ਕਿਉਂਕਿ ਮਾਤਾ ਮਨਸਾ ਦੇਵੀ ਦਾ ਪਿੰਡ ਜਿਹੜਾ ਸਨਖਤਰਾ ਹੈ, ਬਿਲਕੁਲ ਬਾਰਡਰ ਦੇ ਉੱਤੇ ਵੇ। ਮੈਂ ਉੱਥੇ ਵੀ ਕਥਾ ਕਰਕੇ ਆਇਆ ਜਿੱਥੇ ਗੁਰੂ ਅਮਰਦਾਸ ਦੀ ਬਰਾਤ ਗਈ, ਗੁਰਦੁਆਰਾ ਬਣਿਆ ਸਨਖਤਰੇ। ਉੱਥੇ ਸ਼ਬਦ ਕਿਹਾ ਆਪਣੀ ਭਾਨੀ ਵਰਨਯੋਗ ਹੈ, ਬੀਬੀ ਭਾਨੀ ਜੀ, ਮਾਤਾ ਭਾਨੀ ਜੀ। ਮੈਂ ਇੱਕ ਬੇਨਤੀ ਔਰਤਾਂ ਨੂੰ ਕਰਾਂ, ਇਹ ਪਰਮੇਸ਼ਵਰ ਦੀ ਖੇਡ ਹੈ। ਗੁਰੂ ਅਮਰਦਾਸ ਦਾ ਆਗਮਨ 1479 ਨੂੰ ਹੋਇਆ। 79 ਨਾ 1469 ਨੂੰ ਗੁਰੂ ਨਾਨਕ ਸਾਹਿਬ ਨੇ 10 ਸਾਲ ਛੋਟੇ ਨੇ ਉਮਰ ਦੇ ਤੌਰ ਤੇ ਗੁਰੂ ਅਮਰਦਾਸ। ਜਦੋਂ ਗੁਰੂ ਰਾਮਦਾਸ ਦਾ ਆਗਮਨ ਹੋਇਆ ਉਦੋਂ ਗੁਰੂ ਅਮਰਦਾਸ ਦੀ ਉਮਰ ਕਿੰਨੀ ਸੀ? 79 ਪਿਛਾਂ ਲੈ ਲਈਏ 21 ਹੋ ਗਏ। 21 ਤੇ 34 ਕਿੰਨੇ ਹੋ ਗਏ? ਆਪਾਂ ਕਿੰਨੇ ਸ਼ਬਦ ਸਾਲ ਬਣ ਜਾਂਦੇ ਆ? 56 ਨਾ। ਬੀਬੀ ਭਾਨੀ 5 ਸਾਲ ਛੋਟੇ ਆ, ਯਾਦ ਰੱਖਿਓ। 55 56 ਇਹਦਾ ਮਤਲਬ ਜਦੋਂ ਬੀਬੀ ਭਾਨੀ ਦਾ ਜਨਮ ਹੋਇਆ ਗੁਰੂ ਅਮਰਦਾਸ ਦੀ ਉਮਰ 60 ਸਾਲ ਦੇ ਕਰੀਬ ਸੀ। ਛੋਟੇ ਨੇ ਬੀਬੀ ਭਾਨੀ ਜੀ ਗੁਰੂ ਰਾਮਦਾਸ ਤੋਂ। ਕਦੀ ਸੋਚਿਆ? 1534 ਨੂੰ ਹਜ਼ੂਰ ਦਾ ਆਗਮਨ ਹੋ ਰਿਹਾ ਹੈ, ਛੋਟੇ ਨੇ ਬੀਬੀ ਭਾਨੀ ਜੀ। ਇਹਦਾ ਮਤਲਬ ਕਿ ਜਿਸ ਬੱਚੀ ਨੇ ਆ ਕੇ ਸੰਜੋਗ ਬਣਨਾ ਹੈ, ਇਹ ਆਮ ਰੂਹਾਂ ਨਹੀਂ, ਉੱਥੇ ਸਮਾਂ ਨਹੀਂ ਵੇਖਿਆ ਜਾਂਦਾ, ਉਹ ਸੰਜੋਗ ਰਚਾਏ ਜਾਂਦੇ ਆ। ਧੰਨ ਗੁਰੂ ਅਮਰਦਾਸ ਜੀ ਨੂੰ ਮਾਤਾ ਮਨਸਾ ਦੇਵੀ ਨੇ ਕਿਹਾ ਸੱਚੇ ਪਾਤਸ਼ਾਹ ਭਾਨੀ ਵਰਨਯੋਗ ਹੈ। ਉੱਥੇ ਚੁਬਾਰੇ ਚੁਬਾਰੇ ਦੇਖਿਆ ਜਲ ਛਕਾ ਰਹੇ ਸਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਮਾਤਾ ਜੀ ਕਹਿੰਦੇ ਆ, ਮੈਂ ਅੱਜ ਇਤਿਹਾਸ ਥੋੜ੍ਹਾ ਲੈ ਲਿਆ, ਮੈਂ ਤਾਂ ਪਹਿਲਾਂ ਕਹਤਾ ਸਾਖੀ ਸ਼ਬਦ ਤੇ ਸੰਵਾਦ। ਕਹਿੰਦੇ ਆ ਜੀ ਆਪਣਾ ਇਹੋ ਜਿਹਾ ਦੇਖੋ ਜਿਸ ਤਰ੍ਹਾਂ ਰਾਮਦਾਸ ਇੰਨੀ ਨਿਮਰਤਾ ਹਰ ਵੇਲੇ ਭਿੱਜੇ ਰਹਿੰਦੇ। ਇਹ ਗੱਲ ਹੋਰ ਮੈਂ ਬੇਨਤੀ ਕਰਾਂ, ਇਤਿਹਾਸ ਕਹਿੰਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਨੇਤਰ ਕਦੀ ਨਹੀਂ ਸਨ ਸੁੱਕੇ, ਭਿੱਜੇ ਰਹਿੰਦੇ ਸਨ। ਇਤਿਹਾਸਕਾਰ ਕਹਿੰਦੇ ਨੇ ਪਾਣੀ ਨਾਲ ਪੂਰਤ ਰਹਿੰਦੇ ਸਨ। ਗੁਰੂ ਰਾਮਦਾਸ ਕਹਿੰਦੇ ਨਹੀਂ ਨਹੀਂ, ਪਾਣੀ ਨਹੀਂ, ਇਹ ਅੰਮ੍ਰਿਤ ਨਾਲ ਭਿੱਜੇ ਹੋਏ ਨੇ। ਹਰ ਅੰਮ੍ਰਿਤ ਪੀਨੇ, ਇਹ ਆਪਣੇ ਤੇ ਕਿਹਾ ਹੈ। ਮੈਂ ਜਦੋਂ ਪੜ੍ਹਿਆ ਮੈਂ ਇਤਿਹਾਸ ਕਹਿੰਦਾ ਹੈ ਇਹ ਪਾਣੀ ਨਾ ਭਿੱਜੇ, ਮੈਂ ਕਹਿੰਦਾ ਨਹੀਂ, ਇਤਿਹਾਸਕਾਰ ਦੀ ਉਡਾਰੀ ਇੰਨੀ ਸੀ ਨਾ। ਗੁਰੂ ਰਾਮਦਾਸ ਕਹਿੰਦੇ ਨੇ ਪਾਣੀ ਨਹੀਂ, ਇਹ ਅੰਮ੍ਰਿਤ ਨਾਲ ਭਿੱਜ ਗਿਆ। ਆਪਣੇ ਤੇ ਕਿਹਾ ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ, ਗੁਰਮੁਖ ਰੰਗ ਚਲੂਲਿਆ। ਅੱਗੇ ਕੀ ਹੈ? ਮੇਰਾ, ਯਾਦ ਰੱਖਿਓ, ਆਪਣੀ ਅਵਸਥਾ ਦੱਸ ਰਿਹਾ। ਮੇਰਾ ਮਨ ਤਨੂੰ ਭਿੰਨਾ ਜਨ ਨਾਨਕ, ਮੁਸ਼ਕ ਝਕੋਲਿਆ ਸਭ ਜਨਮ ਧਨ ਧੰਨਾ। ਇਹਦਾ ਮਤਲਬ ਉਸ ਗੁਰਮੁਖੋ ਅੱਖਾਂ 'ਚ ਪਾਣੀ ਨਹੀਂ, ਉਹ ਦੇਹੀ ਅੰਮ੍ਰਿਤ ਬਣ ਚੁੱਕੀ ਸੀ। ਫਿਰ ਅਰਜ਼ ਸੁਣਿਓ, ਇੱਥੇ ਮਹਾਰਾਜ ਜੀ ਨੂੰ ਜਦੋਂ ਮਾਤਾ ਜੀ ਨੇ ਕਿਹਾ ਐਸਾ ਬੱਚਾ, ਤੇ ਗੁਰੂ ਅਮਰਦਾਸ ਦੇ ਉੱਤਰ ਸੀ ਇਹੋ ਜਿਹਾ, ਕਹਿੰਦੇ ਉਮਰ ਵੀ ਇਹੋ ਜਿਹੀ, ਗੁਣ ਵੀ ਇਹੋ ਜਿਹੇ, ਇੰਨੀ ਨਿਮਰਤਾ, ਇੰਨੇ ਪਿਆਰ 'ਚ ਭਿੱਜੇ, ਕਦੀ ਨਜ਼ਰ ਉੱਚੇ ਨਹੀਂ ਚੁੱਕਦੇ ਤੁਹਾਡੇ ਸਾਹਮਣੇ, ਇਹੋ ਜਿਹਾ ਲੱਭੋ। ਮਹਾਰਾਜ ਨੇ ਕਿਹਾ ਇਹਦੇ ਵਰਗਾ ਸਿਰਫ ਦੁਨੀਆ ਤੇ ਵੇ, ਇਹਦੇ ਵਰਗਾ ਹੋਰ ਕੋਈ ਨਹੀਂ। ਸੱਚੀ ਮੁੱਚ ਗਈ, ਉਹਦੇ ਵਰਗਾ ਥਾਂ ਵੀ ਕੋਈ ਨਹੀਂ, ਉਹਦੇ ਵਰਗਾ ਕੋਈ ਹੋਰ ਹੈ ਵੀ ਨਹੀਂ। ਕਹਿਣ ਲੱਗੇ ਇਹਦੇ ਵਰਗਾ ਸਿਰਫ ਇਹ ਹੈ। ਸੱਚ ਇਹ ਵੇ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਜੀ ਦਾ ਰਿਸ਼ਤਾ ਧੰਨ ਗੁਰੂ ਰਾਮਦਾਸ ਨਾਲ ਕੀਤਾ। ਮੈਂ ਲਫ਼ਜ਼ ਗੁਰੂ ਰਾਮਦਾਸ ਵਰਤ ਰਿਹਾ, ਗੁਰਮੁਖੋ ਕਈਆਂ ਦੇ ਮਨ 'ਚ ਹੋਣਾ ਹੈ ਅਜੇ ਤੇ ਗੁਰੂ ਨਹੀਂ ਬਣੇ, ਤੇ ਆਗਮਨ ਪੁਰਬ ਵੇਲੇ ਕਿਹੜੇ ਗੁਰੂ ਬਣੇ ਸੀ ਜਿਹੜਾ ਅਸੀਂ ਸਾਰੇ ਮਨਾਉਂਦੇ ਹਾਂ। ਥੋੜ੍ਹਾ ਭਾਵਨਾ ਥੋੜ੍ਹੀ ਰੱਖੀਏ ਜੀ। ਹਜ਼ੂਰ ਨੇ ਉੱਥੇ ਵਿਆਹ ਕੀਤਾ, ਭਾਵੇਂ ਬਾਅਦ ਵਿੱਚ ਹਜ਼ੂਰ ਨੇ ਸ਼ਬਦ ਵਰਤੇ ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕਪੜੋ ਹਰ ਸੋਭਾ ਦੇਵੋ, ਜਿਤ ਸਬਰੈ ਮੇਰਾ ਕਾਜੋ, ਹਰ ਹਰ ਭਗਤੀ ਕਾ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸ਼ੋਭਾ ਹੋਈ, ਇਹ ਦਾਨ ਨ ਰਲੈ ਰਲਾਇਆ। ਮੈਂ ਬੇਨਤੀ ਕਰਾਂਗਾ ਜੀ, ਗੁਰੂ ਰਾਮਦਾਸ ਜੀ ਦੇ ਵਿਆਹ ਤੋਂ ਬਾਅਦ ਤਿੰਨੇ ਬੱਚੇ ਜਿਹੜੇ ਨੇ ਉਹ ਗੋਇੰਦਵਾਲ ਸਾਹਿਬ ਹੋਏ ਆ, ਤਿੰਨੇ ਪੁੱਤਰ। ਗੁਰੂ ਰਾਮਦਾਸ ਜੀ ਦੇ ਤਿੰਨੇ ਬੇਟੇ ਜਿਹੜੇ ਨੇ, ਬਾਬਾ ਪਿਰਥੀ ਚੰਦ ਜੀ, ਬਾਬਾ ਮਹਾਦੇਵ ਜੀ ਤੇ
ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਸੇ ਚੁਬਾਰੇ 'ਚ ਹੀ ਜਿਹਦਾ ਮੈਂ ਜ਼ਿਕਰ ਕੀਤਾ ਹੈ, ਗੁਰੂ ਰਾਮਦਾਸ ਸੇਵਾ 'ਚ ਰਹਿੰਦੇ ਆ। ਹੋਰ ਜਿਹੜੀ ਸਭ ਤੋਂ ਵੱਡੀ ਕਿਰਪਾ ਉਹਨਾਂ ਸਾਡੇ 'ਤੇ ਕੀਤੀ, ਸਾਡੇ ਤਾਂ ਸੰਜੋਗ ਹੀ ਉਹਨਾਂ ਦੀਆਂ ਲਾਵਾਂ ਪੜ੍ਹ ਕੇ ਮੁਕੰਮਲ ਹੁੰਦੇ ਆ। ਮੈਂ ਅੱਗੇ ਚੱਲ ਕੇ ਅਰਜ਼ ਕਰਨਾ, ਤੇ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਇਸ ਸ਼ਬਦ ਨੂੰ ਇੱਥੇ ਲਾਮ ਤੋਂ ਬਿਨਾਂ ਕਿਤੇ ਪੂਰੇ ਗੁਰੂ ਗ੍ਰੰਥ ਸਾਹਿਬ ਸ਼ਬਦ ਲਾਮ ਹੀ ਨਹੀਂ ਆਇਆ। ਪਾਠ ਕਰਦਿਆਂ ਦੇਖੋ ਕਿਤੇ ਲਾਮ ਨਹੀਂ ਆਇਆ ਹੋਰ ਥਾਂ 'ਤੇ, ਸਿਰਫ ਇੱਥੇ ਹੀ ਆਇਆ। ਵਿਆਹ ਹੋਇਆ, ਚਲੋ ਲਫ਼ਜ਼ ਵੈਸੇ ਹੁਣ ਆਨੰਦ ਕਾਰਜ ਹੋ ਗਿਆ, ਹੈ ਵਿਆਹ ਹੀ ਸੀ। ਉਂਝ ਹੁਣ ਸ਼ਗਨ ਸਿੱਖ ਕਹਿਣ ਲੱਗ ਪਿਆ, ਹੋਇਆ ਕੜਮਾਈ ਸੀ। ਯਾਦ ਰੱਖਿਓ ਸ਼ਗਨ ਤੇ ਕੜਮਾਈ 'ਚ ਬੜਾ ਫਰਕ ਜੇ। ਫਿਰ ਅਰਜ਼ ਕਹੇ ਜੀ ਮੈਂ ਜੀ ਉਹਦੇ ਬੱਚਾ ਹੋਇਆ ਸ਼ਗਨ ਪਾਉਣ ਚੱਲਿਆ, ਉਹਦਾ ਘਰ ਮੋਰ ਸ਼ਗਨ ਪਾਉਣਾ। ਕੁੜਮਾਈ ਸ਼ਗਨ ਕਿਵੇਂ? ਕੁੜਮਾਈ ਦਾ ਲਫ਼ਜ਼ੀ ਅਰਥ ਹੈ ਕਿ ਉਹ ਕਿਰਿਆ ਜਿਹਦੇ ਨਾਲ ਬੱਚੇ ਨੂੰ ਆਪਣੇ ਕੁਟੰਬ ਵਿੱਚ ਸ਼ਾਮਲ ਕਰਨਾ, ਕੋੜਮੇ 'ਚ ਰਲਾਣਾ, ਉਹਨੂੰ ਕਹਿੰਦੇ ਕੁੜਮਾਈ। ਤੇ ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀ। ਕੁੜਮਾਈ ਲਫ਼ਜ਼ ਸੀ ਜਿਹੜਾ ਅੱਜ ਗਵਾ ਚੁੱਕਾ ਹੈ, ਨਹੀਂ ਵਰਦੇ ਆਪਣੇ ਬੰਦੇ ਕੁੜਮਾਈ, ਹੈ ਨਾ। ਚਲੋ ਸ਼ਗਨ ਸ਼ਬਦ ਬੜਾ ਪ੍ਰਚਲਿਤ ਹੋ ਚੁੱਕਾ ਹੈ ਜੀ। ਮੈਂ ਇਹ ਨਹੀਂ ਕਿ ਵਿਰੋਧ ਕਰ ਰਿਹਾ ਹਾਂ, ਕਿਉਂਕਿ ਸਮੇਂ ਨਾਲ ਕਈ ਲਫ਼ਜ਼ ਕਿ ਨਗਰ ਕੀਰਤਨ ਪਹਿਲਾਂ ਅੱਜ ਤੋਂ 60 ਸਾਲ ਪਹਿਲਾਂ ਸੁਣੇ ਹੀ ਨਹੀਂ ਸੀ, ਜਲੂਸ ਹੀ ਹੁੰਦਾ ਸੀ ਹੈ। ਉਹ ਲਫ਼ਜ਼ ਐਡਾ ਪਿਆਰਾ ਸੀ, ਲੋਕਾਂ ਨੇ ਇਹਨੂੰ ਐਡੇ ਭੈੜੇ ਪਾਸੇ ਵਰਤਿਆ, ਲੋਕੀ ਲਫ਼ਜ਼ ਵਰਤਣ ਤੋਂ ਡਰਨ ਲੱਗ ਪਏ। ਵੇਖੋ ਕਮਾਲ ਹੋ ਗਈ, ਲਫ਼ਜ਼ ਇੰਨਾ ਕਮਾਲ ਜਲੂਸ। ਤੁਸੀਂ ਇਹ ਸੁਣਦੇ ਰਹੇ ਹੋ ਵੀ ਅੱਜ ਗੁਰਪੁਰਬ ਬਾਬਾ ਜੀ ਦਾ ਜਲੂਸ ਨਿਕਲਣਾ ਇੰਨੇ ਵਜੇ। ਉਹ ਇੰਨਾ ਪਿਆਰਾ ਸ਼ਬਦ ਸੀ, ਸਾਡੀ ਬਿਰਤੀ ਗੰਦੀ ਨੇ ਇੰਨਾ ਕੁ ਧੱਸ ਦਿੱਤਾ ਸ਼ਬਦ ਨੂੰ, ਚੰਗਾ ਸ਼ਬਦ ਹੀ ਮਿੱਟੀ ਕਰ ਦਿੱਤਾ। ਨਗਰ ਕੀਰਤਨ ਤਾਂ ਤੁਸੀਂ ਪ੍ਰਭਾਤ ਫੇਰੀ ਕਰਦੇ ਹੋ, ਨਗਰ ਕੀਰਤਨ ਚਿਮਟੇ ਲੈ ਕੇ ਤੁਸੀਂ ਜਾਂਦੇ ਹੋ ਨਾ। ਨਗਰ ਜਲੂਸ ਦਾ ਅਰਥ ਹੈ ਜਦੋਂ ਬਾਦਸ਼ਾਹ ਦੀ ਸਵਾਰੀ ਪੂਰੇ ਸ਼ਾਹੀ ਠਾਠ ਬਾਠ ਨਾਲ ਨਿਕਲਦੀ ਹੈ, ਜਲੋ ਨਾਲ। ਜਲੂਸ ਉਦੋਂ ਬਣਦਾ ਜਦੋਂ ਨਗਾਰਾ ਵੱਜਦਾ ਹੈ, ਜਲੂਸ ਉਦੋਂ ਬਣਦਾ ਜਦੋਂ 5 ਨਿਸ਼ਾਨ ਹੁੰਦੇ ਨੇ, ਜਲੂਸ ਉਦੋਂ ਬਣਦਾ ਜਦੋਂ 5 ਪਿਆਰੇ ਹੁੰਦੇ ਨੇ, ਜਲੂਸ ਉਦੋਂ ਬਣਦਾ ਜਦੋਂ ਪਾਤਸ਼ਾਹ ਪਾਲਕੀ ਵਿੱਚ ਬਾਹਰ ਨਿਕਲਦਾ ਹੈ। ਨਗਰ ਕੀਰਤਨ ਹੈ। ਮੈਂ ਫਿਰ ਤੁਸੀਂ ਜਲੂਸ ਵਾਲਾ ਇੰਦਰਾਜ ਪੜ੍ਹਿਓ ਕਿਤੇ, ਕਿਉਂਕਿ ਸਮੇਂ ਨਾਲ ਅਸੀਂ ਡਰਨੇ ਹਾਂ। ਹਾਏ ਜੇ ਕਹਿ ਦਿੱਤਾ ਲੋਕੀ ਕਹਿਣਗੇ ਜਲੂਸ ਸ਼ਬਦ ਕਹਿ ਦਿੱਤਾ ਬਾਬਾ ਜੀ ਲਈ। ਉਹ ਨਹੀਂ ਪਿਆਰਿਓ, ਜਲੂਸ ਸ਼ਬਦ ਤਾਂ ਮੀਰੀ ਪੀਰੀ ਦਾ ਸੂਚਕ ਹੈ। ਕੱਲੀ ਦੁਨੀਆ 'ਚ ਕਿਸੇ ਕੋਲ ਜਲੂਸ ਲਫ਼ਜ਼ ਨਹੀਂ। ਯਾਦ ਰੱਖਿਓ ਜਦੋਂ ਪਾਤਸ਼ਾਹ ਪੂਰੇ ਜਾਹੋ ਜਲਾਲ ਨਾਲ ਨਿਕਲਦਾ ਹੈ। ਅੱਗੇ ਮੈਂ ਬੇਨਤੀ ਕਰਨੀ ਗੁਰੂ ਰਾਮਦਾਸ ਬਾਰੇ, ਅੱਗੇ ਚੱਲ ਕੇ ਥੋੜ੍ਹੀ ਜਿਹੀ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ ਸੇਵਾ ਆਰੰਭ ਕਰ ਦਿੱਤੀ। ਇੱਕ ਦਿਨ ਸੇਵਾ 'ਚ ਨਹੀਂ ਫਰਕ ਪੈਣ ਦਿੱਤਾ। ਪ੍ਰਸ਼ਾਦਾ ਬੀਬੀ ਭਾਨੀ ਜੀ ਤਿਆਰ ਕਰਦੇ ਸਨ ਭਾਈ ਬੱਲੂ ਨਾਲ ਮਿਲ ਕੇ। ਇਤਿਹਾਸ ਕਹਿੰਦਾ ਛੋਟੀ ਧੀ ਇਸ਼ਨਾਨ ਕਰਾਉਂਦੀ ਸੀ ਗੁਰੂ ਅਮਰਦਾਸ ਜੀ ਨੂੰ। ਚਲੋ ਭਾਵੇਂ ਕਈ ਲੋਕ ਇਹਨੂੰ ਖੰਡਨ ਕਰਦੇ ਆ ਜੀ, ਨਹੀਂ ਮੈਂ ਫਿਰ ਵੀ ਬੇਨਤੀ ਕਰਾਂਗਾ, ਇਸ ਗੱਲ ਨੂੰ ਮਹਿਸੂਸ ਕਰੋ, ਜਿਹੜਾ ਪਿਆਰ ਧੀ ਦਿੰਦੀ ਹੈ ਨਾ, ਸ਼ਾਇਦ ਉਹ ਪੁੱਤਰ ਨਹੀਂ ਦੇ ਸਕਦਾ। ਜਿਹਨੇ ਰੱਬ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅਸੀਂ ਕਹਿੰਦੇ ਇਸਤਰੀ ਨੂੰ ਬੜਾ ਸਨਮਾਨ ਦਿੱਤਾ। ਇੱਕੋ ਹੀ ਸ਼ਬਦ ਸਾਰੇ ਪੜ੍ਹਨੇ, ਸੋ ਕਿਉ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਹਾਲਾਂਕਿ ਇਹਦੇ ਵਿੱਚ ਸਿਰਫ ਦੁਨਿਆਵੀ ਗੱਲ ਹੀ ਕੀਤੀ ਹੈ। ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ ਹੋ, ਭੰਡੋ ਹੋਵੇ ਦੋਸਤੀ, ਭੰਡ ਭਾਲੀਏ, ਭੰਡ ਹੋਵੇ ਬੰਧਾਨ। ਇਸੀ ਹੈ ਨਾ, ਸੋ ਕਿਉ ਮੰਦਾ ਆਖੀਏ ਜਿੱਤ। ਭੰਡ ਕਿਉਂ ਹੈ ਜੀ? ਭੰਡ ਕਿਉਂ? ਪੰਜਾਬ ਵਿੱਚ ਤਾਂ ਭੰਡ, ਮੈਂ ਕਿਸੇ ਯਾਦ ਨਹੀਂ, ਭੰਡ ਕਿਹਨੂੰ ਕਹਿੰਦੇ ਆਪਾਂ? ਜਿਹੜਾ ਮਸਕਰੀਆਂ ਕਰਦਾ, ਇਹ ਭੰਡ ਕਿਉਂ ਹੈ ਬੀਬੀ? ਨਹੀਂ, ਹਰ ਸ਼ਬਦ ਦੀ ਬਹੁਤ ਗਹਿਰਾਈ ਹੈ। ਅਫਸੇ ਲਫ਼ਜ਼ ਹੈ ਭਾਂਡਾ। ਭਾਂਡਾ ਦਾ ਇੱਥੇ ਪਾਤਰਤਾ, ਭਾਂਡੇ ਤੋਂ ਸ਼ਬਦ ਭੰਡ ਬਣਿਆ। ਇੱਕ ਔਰਤ ਹੈ ਜਿਹਨੂੰ ਸੰਤਾਨ ਪੈਦਾ ਕਰਨ ਦੀ ਰੱਬ ਨੇ ਸਰੀਰ 'ਚ ਪਾਤਰਤਾ ਦਿੱਤੀ ਹੈ, ਤਾਂ ਇਹ ਭੰਡ ਹੈ। ਉਹਨੂੰ ਰੱਬ ਨੇ ਸਮਰੱਥਾ ਦਿੱਤੀ ਹੈ, ਸੰਤਾਨ ਲਈ ਭਾਂਡਾ ਦਿੱਤਾ ਉਹਨੂੰ। ਮੇਰਾ ਲਫ਼ਜ਼ ਤੁਸੀਂ ਸਮਝ ਗਏ ਸਾਰੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਦੋਨਾਂ ਨੇ ਰੱਜ ਕੇ ਸੇਵਾ ਕਰਨੀ। ਮੈਂ ਇੱਕ ਘਟਨਾ ਦਾ ਜ਼ਿਕਰ ਆਪ ਨਾਲ ਜ਼ਰੂਰ ਕਰਨਾ ਹੈ। ਗੁਰੂ ਰਾਮਦਾਸ ਦਾ ਨੇਮ ਬਹੁਤ ਸੀ ਜੀ। ਉਹਨਾਂ ਨੇ ਅੰਮ੍ਰਿਤ ਵੇਲੇ ਉੱਠਣ ਤੋਂ ਪਹਿਲਾਂ ਜਿੱਥੇ ਦਰਬਾਰ ਸਜਦਾ ਸੀ ਉੱਥੇ ਝਾੜੂ ਲਾਣਾ, ਵਿਛਾਈ ਕਰਨੀ, ਪਿੱਛੇ ਬੈਠ ਕੇ ਕੀਰਤਨ ਸੁਣਨਾ, ਲੰਗਰ ਦੇ ਚਲੇ ਜਾਣਾ, ਹੱਥੀਂ ਭਾਂਡੇ ਮਾਂਜਣੇ। ਮੈਂ ਇੱਕ ਆਪ ਨੂੰ ਹੋਰ ਬੇਨਤੀ ਕਰਾਂ, ਗੁਰਮੁਖੋ ਯਾਦ ਰੱਖਿਓ, ਸੇਵਾ ਕਰਮ ਹੈ ਕਿ ਸੇਵਾ ਕਰੈਕਟਰ ਹੈ? ਸੇਵਾ ਫਿਜ਼ੀਕਲ ਵਰਕ ਹੈ ਕਿ ਸੇਵਾ ਰੂਹਾਨੀਅਤ ਹੈ? ਇਹ ਕਰਮ ਵੀ ਹੈ, ਪਰ ਦੁਨਿਆਵੀ ਕਰਮ ਕਰਦਿਆਂ ਬੰਦਾ ਸਿਰਫ ਕਰਮ ਤੱਕ ਸੀਮਿਤ ਰਹਿੰਦਾ ਹੈ। ਪਰ ਭਾਂਡੇ ਤਾਂ ਸਾਡੇ ਪਿੰਡਾਂ 'ਚ ਪਾਣੀ ਭਰਨ ਵਾਲੀ ਕੀ ਕਮਿਊਨਿਟੀ ਸੀ, ਝੋਰ ਲੋਕ ਕਹਿੰਦੇ ਸਨ ਨਾ, ਉਹਨਾਂ ਦਾ ਪੁਸ਼ਤੈਨੀ ਕੰਮ ਸੀ ਪਾਣੀ ਭਰਨਾ।
पर पानी तो गुरु अमरदास ने भी भरिया है। वो कर्म नहीं, वो भले अमरदास बन गया है। ये सेवा च जो कहना बाहर भांडे मांजे, गुरुद्वारे मांज लिया, बाहर झाड़ू लाया, बाहर भी स्टोर च भी आउंदा है अपार की। वो गुरमुखो याद रखो, बाहर सिर्फ फिजिकल वर्क है। गुरुद्वारे जदों बंदा टिकदा किते भी चौरस्ते च खलो के गुरु के नाम ते तुसीं सेवा कर दो, कर्म जिहड़ा है वो आचरण बन जाता है, उहदे चों रूहानियत निकलती है। महाराज जी सेवा कर रहे हैं, समा आया, बौली का टप बाबा बुढ़ा जी ने लाया, पानी सिर ते टोकरी ढोंदे आ जी। साडा इतिहास कहंदा अज सारा दिन टोकरी ढोई जी, सारा दाड़ा लम्मा सी, भरिया पिया सी मिट्टी नाल, क्योंकि चुक ले जांदे टोकरी दूर सट के आउणी। सूरज ढल रहा है, उधरों सेवा की समाप्ति हो रही है। 10-15 शरीर इन्ने तुरे आ रहे आ गोविंदवाल साहिब वाले पासे। उन्हां च कोई बजुर्ग कहंदा रात पै गई जे ते आपां इत्थे रुक जाइए। अपने हरदास का मुंडा सुनिया इत्थे सिखां दे गुरु ने अपनी बेटी दित्ती इहनूं। दूजा मजाक करके कहंदा उहदा फिर घर भी चंगा ही होवेगा, उहदा तां महल होना है। जदों गल करदे आ रहे ने ते गुरु रामदास टोकरी चुक के जा रहे हैं। टोकरी सट्टी, उन्होंने देखा, पहचान गए सतगुरु। आखिर चलो 7 साल की उम्र पहचानिया जा सकता बंदा, पहचान गए भी अपने आए ने सोढ़ी जां अपने बरादरी शब्द वरतो। उन्होंने अदब नाल सत्कार नाल समझो भी सन्मान किया। सच है वे किसी ने भी सिर ते प्यार नहीं दिता। अगों जो कबूल बोले नूं इतिहास ने दर्ज किया है। मैं बिनती करा लैके आ गया गुरु अमरदास कोल, किसी ने मत्था की टेकना से हरद्वार चले समझो तो अपने मत दे धारनी। कहंदे जी तुसा चंगा नहीं किया गुरु अमरदास जी नूं। कहंदे मां आपा चंगा नहीं की नहीं किया? कहंदे इहनूं जवाई बना के टोकरियां ढवांदे हो। एक ने शब्द इत्थों तक भैड़ा लफ्ज वरत्या, मैनूं कहंदे जबान कम दी। कहंदा इन्ना भागा सी जम्मिया ते मापे लै गया, ये क्यों रह गया? इन्हें साडे सोडियां दी कुल नूं दाग ला दिता। ते तुसीं सियाणे हो, तुसीं इस दमाद तो टोकरियां ढवा रहे हो। महाराज जी ने कहा किसने टोकरी चुकाई, कौन ढो रहा है? कहने लगे देखो जी असी आ टोकरी पई, आ सारी मिट्टी लगी है। हजूर ने कहा ना 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 टोकरी नहीं, गल ध्यान नाल सुनियो, ये टोकरी नहीं। उन्हें कहा जी नहीं नहीं ये किवें हो सकता है, अखां नाल देख के तुसीं किवें कह रहे हो कि टोकरी नहीं? हजूर ने कहा तुहानूं टोकरी दिसदी है, ये दीन दुनिया का सच्चा छत्र है इहदे सिर ते, ये टोकरी नहीं। उत्थे भाई संतोख सिंह लिखते हैं, प्रोफैसर साहब सिंह ने कोट किया, ए पी जन्म्यो बंस हमारे लाज गवाई सर्व प्रकारे, पित के मरे सदन को त्यागा, घर ससुरार बस्यो निरभागा। वेखो लफ्ज किड्डे भैड़े वरते आ। इसने तो सिर माटी पाई, करो विचार ना तुम उचताई। धन गुरु अमरदास कहते सोडियो जे ये बंस जन्म ना धारे, गिरत नरक में पितर तुम्हारे। जे तुहाडे घर च ये ना पैदा हुंदा, तुहाडा नाम किने लेना सी? महाराज ने जदों ये शब्द कहे, गुरु रामदास रो पे, चरण फड़ के कहंदे सच्चे पातशाह मापे चले गए, तुहाडे कोल आया, अज मेरी खातर तुहानूं भी कबूल सुनने पे आ। अगले बचन पता ही कहे, कहंदे सतगुरु जी किरपा करियो इन्हां नूं बख्श दिओ, इन्हां नूं समझ कोई नहीं कि आप जी कौन हो, इन्हों समझ कोई नहीं तुसी कौन हो। महाराज गुरु अमरदास ने असीस दी, जेड़ा दिन आप जी अज मना रहे हो गुरियाई दिवस, इस तो पहला बस थड़े बनाए। 2 ही घटनावां ने साडे कोल जी। हाँ, एक ये सफ़रनामा रूप च है गुरु साहब की बाणी। मैं सफ़रनामा तां कह रहा तो राग तुखारी च गुरु रामदास कुरुक्षेत्र गए, भेवे गए जी, हरिद्वार गए, पर गुरु अमरदास नाल जिहड़ा तीर्थ उद्यम सतगुर की आ सब लोक उदरण अर्था, वो सारा शब्द सफर है। यमुना किवें गए, कुरुखेत किवें गए, वो सारा दस्या है। अज महाराज धन गुरु अमरदास 94 साल दे हो चुके आ। साडा इतिहास कहंदा है कि बाबा बुढ़ा साहब जी नूं आवाज़ दित्ती कि अज रामदास जी नूं इशनान करा के लियाओ। वो अज भी सेवा विच सन। उन्होंने ये नहीं कि
याद रखियो, गुरियाई लई सेवा करनी भी स्वार्थ है। गुरियाई सेवा नाल मिलदी ते बाबा बुढ़ा साहब ने 113 साल सेवा की है। गुरियाई तो रब्बी दात है, जिहदे नां दी खुंडी लिखी उहनूं उतारनी पैनी है। जे मेरे नां दे उत्ते ड्राफ्ट बनया तो मेरे खाते च बहना है। याद रखियो, दात जोत खसम वडियाई है। मैं कई बार कई ना कहने सेवा करके मिली, वो नहीं, वो सेवा हिस्टरी बन गई। बाबा पिरथी चंद गुरु अमरदास की मंजी ते नहीं चढ़िया, निक्का जिहा न्याणा है। बाबा महादेव ने कभी कच्चर चुक्या, नाने ने छोटे नूं वेख के कहने नहीं भवानीए दोहता बाणी का बोए था, क्योंकि जिन्हों मिलना है, हालांकि गुरु रामदास नहीं गुरु अदे बने, उन्हें कहा दोहता बाणी का बोयता है। अज सतगुरा ने बाबा बुढ़ा साहब जी ने क्या इशनान कराओ, इशनान करा के लिया जो भाई साहब सुना रहे सन। मैं आपनूं अर्ज करा, ये गल याद रखियो, जिहड़ी जोत है ना, जोत रूप हर आप गुरु नानक कहायो। यही कारण मैं पिछले दिन ही किया, धर्म ग्रंथ बहुत ने जी, सब का अदब करिए। बाबा जय कर करते कीरत होए, सो कर राख वडाई तोए। जिस ग्रंथ विच करते दी कीर्ति उहदा बोल बाला होवे। मैं ये अर्थ डॉक्टर तारन सिंह वाले कर रहा। इत्थे बिनती है दुनिया च दो शब्द जी सीधे स्पिरिचुअल ग्रंथां लई, वेद ते कतेब। वेद का संबंध पूर्व के ग्रंथां नाल ते कतेब का संबंध पश्चिमी ग्रंथां नाल। गुरमुखो याद रखियो, लाइब्रेरी च ग्रंथ मिल जाएगा, किसी की अलमारी च ग्रंथ मिल जूगा, पर इस प्लैनेट ते शब्द ब्रह्म रूप पहला भी सी। आपां क्योंकि कल थोड़ी शब्द की मैं गल की, शब्द उदों भी सी जदों कुछ नहीं, क्योंकि शब्द आप ही परमात्मा है। उत्पत परलो सबदे होवै, सबदे ही फिर ओपत होवै। सब इको शब्द वर्द दा हुक्म है उहदा, पर ब्रह्म शब्द वेद कहंदा जी, उपनिषद कहंदा है शब्द ब्रह्म है। पर इस धरती ते शब्द नूं गुरु रूप विच स्थापन करके जिन्हें बख्शिश की, गुरु नानक साहब की जोत ने की है। गुर परमेश्वर के रूप च पालकी च जी। हुण कोई रीस बरीसी करी जाए गल वखरी है। शब्द नूं गुरु के रूप च पढ़िया जाता है। अनमत के दूजे ग्रंथ पढ़ते हैं, खोल के कहणगे आ सुन, आ सुन। याद रखियो, इत्थे मत्था टेक के कहने गुरु ग्रंथ साहब जी अपना हुक्म बख्शो। कोई कहता अपने धर्म ग्रंथ बारे, तां मैं अर्ज की जी, जिहड़ी गुरु जोत है, हुण ये बख्शिश है। एक गुरु नानक साहब उन्होंने अपनी जोत, मैं अज भी शायद एक जगह बैठे गल कर रहे सी असीं, जोत अगे गई, काया बदली है, जोत नहीं बदली। जोत निरंतर अज तुहाडे कोल है, अज भी। तां ही तां आप जी जदों पाठ करदे हो, अरदास का पहला पदा है 10 पातशाहियां दी जोत है। पातशाहियां बहुवचन जे, जोत एक वचन है, जोतां क्यों नहीं कहिंदे? 10 पातशाहियां दी जोत। श्री गुरु ग्रंथ साहिब जी दे पाठ दीदार दा ध्यान धर के बोलो जी वाहिगुरु, क्योंकि काया 10 ने, जोतां 10 नहीं। जोत सिर्फ एक है, जड़ा जोत रूप हर आप गुरु नानक कहायो। ताते अंगद भयो, तत् स्यों तत् मिलायो। अंगद कृपा धार, अमर सतगुर छिड़कियो। अमरदास अमृत छत्र, गुरु रामै दियो। गुरु रामदास दर्शन परस, कह मथुरा अमृत बैण। मूर्त पंच प्रमाण पुरख, गुरु अर्जुन पिखो नैन। सुनो एक बेनती नूं, गुरु नानक साहब जी ने जदों असीं पाठ करने महला पहला, दूजा, तीजा, चौथा, पंजवां ते नौवां, यही ने ना 6 पातशाहियां दे बचन। गुरु अंगद साहब महला दूजा ने, पर अपने श्लोक च किते अंगद शब्द नहीं वरतते। गुरु अमरदास जी दी 40 पौड़ियां पढ़ दिओ, महला तीजा, पर याद रखियो 40 पौड़ियां च किते गुरु अमरदास ना है। एक थां नानका आउंदा, बाकी नानक ही आउंदा। हर आप मुल्क है, उस नानका आउंदा बस एक बारी, बाकी नानक। गुरु रामदास दे संत पढ़दे हो सवेरे, मैं हुणे पढ़िया, जां नानक मुश्क च घोलिया, पर नानक है। गुरु अर्जुन देव ने नानक वरतिया, गुरु तेग बहादुर साहब ने नानक, पर उत्ते महला पहला, दूजा, तीजा, चौथा, पंजवां ते नौवां। इसदा मतलब ये सी शरीर बदल रहा, जोत नहीं बदल रही, जोत नानक ही चलती पई है। किड्डी वड्डी सिद्धांत, महला बदल रहा है, शरीर बदल रहा है। मैनूं पता है इस संबंधी साडे उच्चारण दे 3 ने जी, एक महला, एक महला है।
एक हुण कहंदे ने अदक ना लाओ, सीधा ही होर गाओ, पर ये भी गुरु की गत गुरु जाने जी। फिर भी मेरी बेनती है जी, उत्थे हजूर ने जदों गुरियाई दिती, एक वार ये आप जी जरूर पढ़िया करो, मेरी बेनती है जी, जो मैं करना मैं वही कहांगा स्टेज पर। वो वार है राम कली की वार, राय बलवंड तथा सत्य ढूम आखी। वो वार नूं पुराने लोग टिक्के दी वार कहंदे सन, पर साडे लई तां राम कली की वार बने। उस विच सच्ची लो जोत ते जुगत किवें अगे चलदी सारी बाणी चाहिए। महाराज सच्चे पातशाह बारे राम कली की वार ਗਿਆਨੀ ਹਰਬੰਸ ਸਿੰਘ ਉਹਨਾਂ ਦੇ ਟੀਕੇ ਦੇ ਵਿੱਚ डिटेल ਦਿੱਤੀ है, इस वार ਨੂੰ जरूर पढ़िए। वो वार है राम कली की वार, राय बलवंड तथा सत्य ढूम आखी। जिहड़ा राय शब्द है श्रीमान भाई वीर सिंह लिखदे आ, ये गुरु अंगद साहब वालों मिलिया होया खिताब सी। राय बलवंड अगे है जी, नाउ करता कादर करे, क्यों बोल होवे जो खीमद है, दे गुणा सत भैन भाराव है, पारंगत दान पड़ीमद है। याद रखियो, बैठा सोडी पातशाह की शुरुआत इत्थों हुंदी पई है। पातशाह का संबंध छतरा नाल है, पातशाह का संबंध हुक्मनामियां नाल है। अगे है फिर बेनती सुनियो, दे गुणा सत भैन भाराव है, पारंगत दान पड़ीमद है, नानक राज चलाया सच कोट सताणी। फिर याद रखो, तान सहित सचकोट सताणी नियमद, लहने धरियोन छत सिर कर सिफती अमृत पीमद, मत गुर आत्म देव दी खड़क जोर प्राकुवै जीद है गुर। रारे नूं सिहारी लगी है। गुरु नानक साहब ने चेले रह रास की, रह रास दा अर्थ है नमस्कार मत्था। चेले गुरु अंगद साहब दे चरनां च गुरु ने मत्था टेक दिता। ते याद रखियो, जान तो पहला फिर बेनती है, नानक सलामत थीमद है। यही तां कारण भावें गुरु हरकृष्ण साहब गुरियाई वेले उत्थे गुरु तेग बहादुर साहब नहीं मौजूद, पर बचन तां जिउंदे कह के गए, जीवंदे कह के गए, बाबा बसे गुलाम बकाले। इत्थों तक कि गुरु गोबिंद सिंह महाराज चोला बाद भी त्याग दिया, पहला गुरु ग्रंथ साहब नूं मत्था टेक के जांदे आ। इस घर च सह टिक्का दितो। हुण कल परसों तुसीं गुरु अमरदास दा ज्योति जो सोण मनाना है, अज गुरियाई है गुरु रामदास की। ये महाराज जी की बख्शिश है जी। गुर चेले रह रास की, नानक सलामत थीम दे, सह टिक्का दितोष उसने दिता, दितोष उसने दिता गुरु नानक साहब ने। सह टिक्का दितोष जीवद है, लहने दी फेर आई है, नानका दो ही खटी है। फिर वेखो इत्थे लहना बाबा लहना साहब की जय जयकार होगी, फिर आई है दर थे उन्हां दी वारी आ गई जी। लहने दी फेर आई है, नानका दो ही खटी है, जोत ओहा जुगत साए सह काया फिर पलटी है। ये फिर याद रखियो 10वें पातशाह तक चलता पे। जोत ओही है जिहड़ी गुरु नानक साहब अंदर है, काया पलटी गई। इसे करके भाई साहब ने कहा, अर्जन काया पलट के मूर्त हर गोबिंद सवारी। काया पलट रही, जोत नहीं। जोत तो वही चल रही निरंतर। फिर बेनती है, जोत ओहा जुगत सह सह काया फिर पलटी है, झुले सो शातन रंजनी मल तख्त बैठा गुर हटी है, करंज गुर फरमाया क्यों उदों बोलो हटी है, पुत्री कौल न पालियो कर पीरों कल मुरटी है, दिल खोटे आकी पिरन बन भारू चाइन छटी है, जिन आखी सो मनना। मैं फिर अर्ज करांगा, यदा मतलब हुण गुरु अमरदास का समा हुंदा है। मैं एक एक तुक लै रहा। इत्थों तक थोड़ा जिहा ध्यान नाल आप नुकता सुनियो। तर्क के लिहाज नाल गुरु अमरदास धन गुरु अंगद साहब तो 25 साल वड्डे ने। गुरु अंगद साहब तो 25 साल वड्डे ने गुरु अमरदास। ते रबाबी तो कहते ने गुरु अमरदास पुत्र है, तो प्यो का नाम गुरु अंगद देव है। तो सारे टीकाकरण पूछो, पढ़ो। वो जो शब्द वरते आ, गुरु नानक साहब गुरियाई देंदे आ, उत्थे उन्हें शब्द वरते आ, सिखा पुत्रां घोक है सब उम्मत वेखो जे क्यों। सारे देख ले, जां सुदोष ता लहना टेक्योन, क्यों जोत समानी जोत माहे आप आपै सेती में क्यों। जोत जोत समा गई। इसे करके गुरु घर विच गुरु जी नूं दीपक गुरु कहा गया, क्योंकि एक बलदा होया दीवा अपने वर्गे कई दीवे बाल दिंदा। जोत अगे चल रही है। हुण उत्थे एक बचन क्या, सो टिक्का सो बहना सोई दीवान
प्यो दादे जे विहा, हा कन्ना एड़ा कन्ना जे विहा नहीं, जे विहा का अर्थ हो जा खाना, जे विहा का अर्थ है जैसा, सो टिक्का सो बहना सोई दी बाण, प्यो दादे जे विहा पोतरा परवान। प्रोफैसर साहब सिंह जी ने पढ़ो, किस और संप्रदाय टीका पढ़ो, सो टिक्का सच्ची मुच्ची मत्थे का टिक्का नूर, सो बहना, बहना का अर्थ है सिंघासन, दीवान का अर्थ है दरबार। कहते गुरु अमरदास जी के मत्थे का नूर भी ओ, उन्हां दा दरबार भी ओ, उन्हां दा तख्त भी ओ। किस तरह का प्यो दादे जे विहा पोता परवान, प्यो दादे जे विहा पोतरा परवान, दोहरी आउंदा है। प्यो गुरु अंगद साहब जी, दादा गुरु नानक साहब जी, बाबा जी तो बेदी कुल चो आए, गुरु अंगद साहब तीन ने, भलियां दी कुल चो गुरु अमरदास आ गए। कादियां कुलां जी इत्थे, इत्थे दादा गुरु नानक साहब, पिता गुरु अंगद साहब ते पोता गुरु अमरदास जिहड़ा 25 साल बाद च आया, वो प्यो बना दिता। इस गल नूं समझिए, इत्थे उमरां दी गल नहीं, जन्म दी गल नहीं। अज जिहड़ा समा तुसीं मना रहे हो, धन गुरु अमरदास महाराज, उन्होंने क्या गुरियाई बस्तर पा के आ गए। इतिहास ने तो बहुत कुछ होर भी क्या है। महाराज जी ने गुरु रामदास जी ने मत्था टेक दिता, फिर की क्या, सतगुर भाणे अपने बह परिवार सदाया, मत मैं पिछे कोई रोब सी, सो मैं मूल ना पाया। मित पैजै मित विकसै, जिस मित की पैज भावै, तुसी विचार देखो पुत भाई, हर सतगुरु पहनावै। अज की होया, सतगुरु प्रतख होंदा है। ध्यान नाल मेरी गल सुनियो, सै टिक्का दितोस जीवंदा है, सतगुरु प्रतख होंदा है। गुरु अमरदास देही च ने, सुरत च ने, सब कुछ चेतना है। सतगुरु प्रतख होंदा है, बह राज आप टिकाया, सब सिख बंदप पुत भाई, रामदास पैरी पाया। पुत्रा नूं क्या मत्था टेको, बच्चियां नूं क्या मत्था टेको, सिखां नूं क्या मत्था टेको। अगली गल, सतगुरु प्रतख होंदे बह राज आप टिकाया, सब सिख बंदप पुत भाई, रामदास पैरी पाया। सतगुरु पुरख जे बोलिया, हर मिलिया पुरख सुजान जियो, रामदास सोढ़ी तिलक दिया, गुर शब्द सच निशान जियो। अज वो दिन है, मेरी फिर बेनती है, गुर शब्द सच निशान दियो। उत्थे फिर बचन करते हैं कि जे किसी ने उस वक्त मजाक करके क्या, नहीं जी असी नहीं मत्था टेकते, सानू पता मोहन जी ने क्या नहीं। हालांकि भाई गुरदास साहब ने मोहरी जी का भी लिखिया, पर मैं कहना नहीं, मैं तर्क नहीं कर रहा, गुरबाणी ने क्या है, मोहरी पुत सन्मुख होया, रामदास है सन्मुख है। भाई साहब ने कहा भी अपने टीके नाल, मोहरी पुत सन्मुख होया, रामदास है पैरी पाए, जो सब पवें पैरी। अज सतगुरु केरी, सतगुरु धन गुरु रामदास के चरणा च सब पवें पैरी, सतगुरु केरी, जिथे गुरु आप रखिया, कोई कर बखीली निवै नहीं। मजाक उड़ाओगे तुसीं गुरु रामदास का? टिचरां तो अज भी लोग करते हैं ना, नहीं नहीं, टिचरां करने वाले रुल जाते होंदे आ। बखीली ना करो, ना उहदे घर नाल, ना उहदे दर नाल, ना उहदे जीवन नाल, कोई कर बखीली निवै नहीं। फिर सतगुरु आन नवाया, हर गुरें भाणा दी वडियाई, तुर लिखिया लेख रजाए जियो। अज की होया, कह सुंदर सुनो संतो, सब जगत पैरी पाए जियो। धन गुरु रामदास के चरणा सारा जगत टिक पिया। हुण अगली बेनती है, जिस वक्त गुरियाई दिती गई, मैं अक्सर कहना साडी लाइन च जी, चाहे कीर्तनीय बैठे हो, प्रचारक बैठे हो, गल चेते रखियो, 99% एवं झूठ नहीं बोलना चाहिए, असीं सारे रोजी रोटी लिए तुरे सां। सच है जी, घट की रेशो 90 ते लै आओ। जदों साडा स्टेटस जिहा बन जाता है, पैसे नहीं नहीं, असीं तां शौक नाल ही तुरे सां। मेरी बेनती है, जिस गुरु ने इन्नियां बख्शां कीतियां होण, जिन्ने मर्जी उच्चे उठ जाओ, कभी गुरु नहीं भुलना। थोड़ा जिहा आप जी मैनू टाइम दे, आज मैं 5-7 मिनट तुहाडे होर लैने, ज़्यादा नहीं नहीं, फिर बहन तुहाडी बैठ के दा थोड़ा जिहा फर्क पै जांदा ना। धन गुरु रामदास महाराज, अज गुरियाई है। जदों गुरु अमरदास जी ने नमस्कार कर दी, इतिहास कहता उन्हें भाई साहब सुना रहे सन, महाराज गुरु रामदास बोले, नेत्र सेजल सन,
ਲਾਹੌਰ ਦੀਆਂ ਗਲੀਆਂ ਚੇਤੇ ਆ ਗਈਆਂ। ਮਾਂ ਬਾਪ ਦਾ ਸੰਸਕਾਰ ਸਾਹਮਣੇ ਆ ਗਿਆ। ਸਿਰ ਤੇ ਰੱਖੀ ਟੋਕਰੀ ਚੇਤੇ ਆ ਗਈ। उस वक्त शब्द कहे तुमरे गुण क्या कहाँ मेरे सतगुरा, तेरे परोपकार में किन्ने को कहा मेरे सतगुरु, जब गुर बोला है तब विषम हो जाए। वाह वाह। कहने जदों मैं सतगुरु ये शब्द कहना, धन गुरु राम अमरदास जी गुरु शब्द कहना, पैर दो अंगूठे तो लैके सिर दी चोटी तक विस्माद हो जाना। तुमरे गुण क्या कहा मेरे सतगुरा, जब गुर बोले तब विषम हो जाए। हम जैसे अपराधी अवर कोई राख है। मेरे वर्गे नूं किने रखना सी जी। हम जैसे अपराधी अवर कोई राख है, जैसे हम सतगुर राख लिए छड़ाए। तू गुर पिता, पिताजी तो चले गए, मेरे पिताजी भी तुसी बने, मेरी माँ भी तुसी बने, मेरे इष्ट भी तुसी बने, सच है वे मेरे रिश्तेदार भी तुसी बन गए। तू गुर पिता, तू है गुर माता, तू गुर बंदप मेरा, सखे सखा सिखाए। अगा फिर कहते जो हमरी विद होती। इस तो पहला पदा सी तुमरे गुण का कहा मेरे सतगुरा, हम रुलते फिरते जो हमरी विद होती मेरे सतगुरा, साबिद तुम्हार जानो आपे। हम रुलते फिरते कोई बात ना पूछता, गुर सतगुर संग कीरे खम थापे। धन धन गुरु नानक जन केरा, जित मिले चूकै सब सोग संतापे। याद रखो रबाबी उत्थे मौजूद ने, भावें वार बाद लिखी गई, पर उन्होंने एक मैं सिर्फ बेनती करांगा कि गुरु रामदास की सिफत जो शब्द कहे गए, साढ़े कोल तां शब्द ही कोई नहीं उहदी व्याख्या लई। धन धन रामदास गुर, जिन सिरिया तिने सवारिया। ये धन शब्द में ही बड़ी बरकत है गुरमुखो। हुण आपां सारियां पढ़िया धन धन रामदास गुर, ये कथावाचक वाला शब्द नहीं। सच ये वे धन गुरु रामदास शब्द कहण दे नाल ही बंदे दे अंदर दे दुख कट्टे जांदे आ। जे सतगुर सिमरंत नैन के तिमर मिटै खिन, जे सतगुर सिमरंत हृदय खर नाम दिनों दिन, जे सतगुर सिमरंत जी की तपत मिटावै, जे सतगुर सिमरंत रिद सिद्ध नवनिध पावै। सोई रामदास गुर बल भण मिल संगत। हाँ अज करो धन धन करो, जे सतगुर दा सिमरन कीतियां अंदर दे दुख मिट जांदे आ। सोई रामदास गुर बल भण मिल संगत, धन धन करो जे सतगुर लग पर पाईऐ। सो सतगुर सिमरो नरो। अज कह कि बैठा सोढ़ी पातशाह रामदास सतगुरु कहावै, पूर्ण ताल खटाया अमृतसर विच जोत जगावै। एक गल होर कह के, धन धन रामदास गुर जिन सिरिया, जिन्हें पैदा किया जी वो नहीं सवार दिता। एक करामात हो गई, पूरी होई करामात। आप कौन? वाहिगुरु जी। उन्हें कहा मैनू अपना शरीर दे दे रामदास, मैं तेरे च प्रगट होने लगा। इतों तक भट्टा ने कहा आद रूप पोखण भरन, एक शब्द है उन्होंने, ਉਹਦੇ ਵਿੱਚੋਂ एक शब्द वरदिया कि प्रतख दे पार ब्रह्म स्वामी आद रूप पोखण भरनंग। जे प्रतख दे रब की किसी देखनी, ਉਹਦਾ नाम धन गुरु रामदास है। ये भट्टां दे सवैयां च गुरु ग्रंथ साहिब च उत्थे शब्द है धन धन रामदास गुर जिन सिरिया तिने सवारिया। पूरी कोई करामात आप सिरजनहार है धारिया। फिर सिखां नूं की दिसिया जी? उन्होंने भाई जेठा नहीं दिसिया, उन्होंने यतीम लफ्ज वरतो कई वरतने आप, वो नहीं दिसिया। उन्होंने दिसिया सिखी अतै संगति पार ब्रह्म कर नमस्कारिया। अटल अथा अतोल तू वाह वाह, एडे शब्द तेरा कोई अंत नहीं। अटल अथा अतोल तू तेरा अंत न पारा वारिया। हाँ जिन्नी तू सेविया भाव कर, जिन्हें भावना सह तुहानू चेते किया, जिन्नी तू सेविया भाव कर, से तुद पार उतारिया। लब लोभ काम क्रोध मोह मार कड्डे, तुद सा परवारिया। धन सो तेरा थान है, डिठे सभे थाम नहीं तुद जिया। धन सो तेरा थान है, सच तेरा पैस कारिया। बस यही मैं अर्थ करके जाने जी। ध्यान न सुनियो, थान धन ते पैसकारा धन। एक मैं कथा की सी उत्थे भी, जो आप कहने जी महाराज का प्रकाश होने तो पहला कीर्तन हो गया जी, उत्थे जी कीर्तन छड्ड के विच सवैये शुरू हो गए जी, सुनू मिलता है ना।
ਪੈਸਕਾਰਾ ਲਫ਼ਜ਼ ਅਸਲ 'ਚ ਪਰਸ਼ੀਅਨ ਦਾ ਹੈ। ਉੱਥੇ ਸ਼ਬਦ ਹੈ ਪੇਸ਼ਕਾਰਾ। ਪੇਸ਼ਕਾਰਾ, ਪੇਸ਼ਕਾਰੇ ਤੋਂ ਲਫ਼ਜ਼ ਬਣਿਆ ਪੈਸਕਾਰਾ। ਪੈਸਕਾਰਾ ਮੀਨਸ ਕਿ ਪੁਰਾਣੇ ਸਮੇਂ ਜਦੋਂ ਬਾਦਸ਼ਾਹ ਆਪਣੇ ਦਰਬਾਰ ਵਿੱਚ ਸਿੰਘਾਸਨ 'ਤੇ ਬੈਠਦਾ ਸੀ ਤੇ ਉਹਦੀਆਂ ਸਿਫਤਾਂ ਕਰਨ ਵਾਲਿਆਂ ਨੂੰ ਜ਼ਰੂਰੀ ਸੀ ਕਿ ਸਿੰਘਾਸਨ 'ਤੇ ਬੈਠਣ ਤੋਂ ਪਹਿਲਾਂ ਉਹ ਮੌਜੂਦ ਹੋਣ। ਪੈਸਕਾਰਾ ਕੀ ਹੈ? ਤੁਸੀਂ ਦਰਬਾਰ ਸਾਹਿਬ ਦੀ ਰੋਜ਼ ਦੀ ਮਰਿਆਦਾ ਦੇਖਦੇ ਹੋ। ਪਾਲਕੀ ਕੋਠਾ ਸਾਹਿਬ 'ਚ ਨਹੀਂ ਜਾਂਦੀ ਤੇ ਹਰਿਮੰਦਰ ਸਾਹਿਬ ਵਿੱਚ ਵੀ ਨਹੀਂ ਜਾਂਦੀ ਨਾ। ਪੈਸਕਾਰਾ ਕੀ ਹੈ? ਦੁਨੀਆ ਦੇ ਬਾਦਸ਼ਾਹ ਤੁਰਦੇ ਸਨ ਤੇ ਉਹਨਾਂ ਦੇ ਜਿਹੜੇ ਪੈਸਕਾਰੇ ਹੁੰਦੇ ਸਨ ਉਹ ਪਾਲਕੀ ਲੈ ਕੇ ਆ ਗਿਆ। ਗੁਰਮੁਖੋ ਯਾਦ ਰੱਖਿਓ, ਜਦੋਂ ਸਰੂਪ ਅੰਦਰੋਂ ਚੱਲਦਾ ਹੈ ਉਸ ਵਕਤ 2 ਚੋਬਦਾਰ ਚਾਂਦੀ ਦੀਆਂ ਚੋਬਾਂ ਲੈ ਕੇ ਬੈਕ ਤੁਰਦੇ ਆ, ਹਨਾ। ਤੇ ਜਦੋਂ ਮੈਂ ਤੇ ਤਕਰੀਬਨ ਸਤਿਗੁਰੂ ਤਰਸ ਕਰਦਾ ਜੀ, ਉਹ ਵੀ ਅਮਰੀਕਾ ਵਾਲਿਆਂ ਦੀ ਕਿਰਪਾ ਹੋਈ। ਉਂਝ ਮੈਂ ਪਹਿਲਾਂ 8 ਤੀਰਥ ਬਹਿ ਕੇ, ਮੈਂ ਖਿਆਲ ਭਾਈ ਸਾਹਿਬ ਬੇਟਾ ਭੁਪਿੰਦਰ ਸਿੰਘ ਨੇ ਨਾ, ਹਾਂ, ਉਹ ਪਹਿਲਾਂ ਮੈਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾ 8 ਤੀਰਥ 'ਤੇ ਬਹਿ ਕੇ ਸਿੱਧਾ ਮਹਾਰਾਜ ਸਰੂਪ ਦਿਸਦਾ ਸੀ। ਇੱਥੋਂ ਵਾਲਿਆਂ ਕੋਈ ਸੀਸ ਦੇ ਦਿੱਤੀ ਐਡੀ ਵੱਡੀ ਵੀ ਭਾਈ ਸਾਹਿਬ ਦੀ ਕਥਾ, ਮੈਂ ਨਾਂ ਨਹੀਂ ਲੈਣਾ, ਵੀ ਉਹ ਤਾਂ ਉਹਨਾਂ ਨੇ ਫਲਾਣੀ ਬੀਬੀ ਨੂੰ ਆ ਕਿਹਾ, ਫਲਾਣੀ ਨੂੰ ਵੇਖਿਆ, ਬੜਾ ਮਤਲਬ ਵੀ ਤੁਸੀਂ ਸਮਝ ਗਏ ਹੋ ਵੀ ਮਾਤਾ ਖੀਵੀ ਦੇ ਖਿਤਾਬ ਦਿੱਤੇ ਹੈ। ਮੈਂ ਕਿਹਾ ਹੁਣ ਤੁਸੀਂ ਮੇਰੇ ਘੜੀ ਪਿੱਛੋਂ ਨਾ ਸਾਰੇ ਪੁੱਛੋ, ਇਕੱਠੇ ਹੋ ਕੇ ਅਕਾਲ ਤਖਤ 'ਤੇ ਆ ਜਾਓ। ਮੈਂ ਉਹਨਾਂ ਨੂੰ ਕਹਿ ਬੈਠਾ, ਸੰਗਤ ਜੀ ਮੈਂ 13 ਦਿਨ ਕਥਾ ਕਰਨੀ, ਤੁਹਾਡੀ ਵੇਟ ਕਰਾਂਗਾ। ਉਹਨਾਂ 'ਚੋਂ ਕੋਈ ਨਹੀਂ ਆਇਆ। ਮੈਨੂੰ 13 ਸਾਲ ਹੋ ਗਏ ਨੇ, ਮੇਰਾ ਅੰਮ੍ਰਿਤ ਵੇਲੇ ਦਾ ਨੇਮ ਬਣ ਗਿਆ। ਮੈਂ ਉਹਨਾਂ ਥੈਂਕਸ ਕਰਨਾ ਵੀ ਭਰਾਵੋ ਤੁਹਾਡਾ ਧੰਨਵਾਦ, ਸ਼ਾਇਦ ਮੈਂ 8 ਤੀਰਥ 'ਤੇ ਬਹਿ ਕੇ ਵਾਪਸ ਆ ਜਾਂਦਾ। ਹੁਣ ਉੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਚੱਲਦੇ ਆ, ਉਸ ਤੋਂ ਪਹਿਲਾਂ ਨਗਾਰਾ ਵੱਜਦਾ ਜਦੋਂ ਅੰਦਰੋਂ ਸਰੂਪ ਚੱਲਦਾ, ਤੇ ਜਿਹੜੇ ਚੋਬਦਾਰ ਨੇ ਉਹ ਬੈਕ ਤੁਰਦੇ ਆ। ਉਹ ਕੀ ਹੈ? ਉਹ ਪੇਸ਼ਕਾਰੇ ਨੇ। ਨਗਾਰਾ ਵੱਜ ਰਿਹਾ, ਪਾਤਸ਼ਾਹ ਦੀ ਸਵਾਰੀ ਆ ਰਹੀ ਹੈ। ਕਦੀ ਇਹ ਸਵਾਰੀ ਬਾਬਰ ਦੀ ਨਿਕਲਦੀ ਸੀ, ਇਹ ਲੋਧੀਆਂ ਦੀ ਨਿਕਲਦੀ ਸੀ, ਇਹ ਅਸਵਾਰੀਆਂ ਹਾਕਮਾਂ ਰਾਜਿਆਂ ਮਹਾਰਾਜਿਆਂ ਦੀਆਂ ਨਿਕਲੀਆਂ। ਅੱਜ ਉਹਨਾਂ ਦੇ ਚੰਦੋਵੇ, ਉਹਨਾਂ ਦੇ ਨਗਾਰੇ, ਉਹਨਾਂ ਦੇ ਪਾਲਕੀਆਂ ਖੰਡਰਾਤ ਹੋਏ ਕਿਲਿਆਂ ਦੇ ਮਿਊਜ਼ੀਅਮ 'ਚ ਪਏ ਨੇ। ਯਾਦ ਰੱਖਿਓ, ਜਿਹੜਾ ਸਿਰ 'ਤੇ ਟੋਕਰੀ ਰੱਖ ਕੇ ਤੁਰਿਆ ਸੀ ਨਾ, ਉਹਦਾ ਪੈਸ਼ਕਾਰਾ ਜੁਗੋ ਜੁਗਾ ਟਾਲਕ ਹੈ। ਇਹ ਪੈਸ਼ਕਾਰੇ ਦੇ ਅਰਥ ਨੇ। ਧਨ ਸੋ ਤੇਰਾ ਥਾਨ ਹੈ। ਫਿਰ ਕੀ ਹੋਇਆ? ਤਾਰਾ ਨਹੀਂ ਵੱਜਦਾ, ਕੋਈ ਰਣ ਸਿੰਘਾ ਨਹੀਂ ਵੱਜਦਾ, ਨਰ ਸਿੰਘਾ ਨਹੀਂ ਵੱਜਦਾ, ਕੋਈ ਉਹਦੀ ਸਿਫਤ ਨਹੀਂ ਕਰਦਾ। ਉਹ ਯਤੀਮਾਂ ਦੀ ਤਰ੍ਹਾਂ ਕਬਰਾਂ 'ਚ ਪਿਆ। ਧੰਨ ਗੁਰੂ ਰਾਮਦਾਸ, ਤੇਰਾ ਨਾਂ ਲੈਣ ਤੋਂ ਬਿਨਾਂ ਤਾਂ ਹੁਕਮਨਾਮਾ ਵੀ ਨਹੀਂ ਲਿਆ ਜਾਂਦਾ। ਇੱਕ ਅਰਦਾਸ ਭਾਟ ਕੀਰਤ ਕੀ, ਫਿਰ ਸਿੰਘ ਸਾਹਿਬ ਬੋਲਦਾ, ਸੋ ਕਹੋ ਟਲ ਗੁਰੂ ਸੇਵੀਏ। ਇਹ ਰੋਜ਼ ਦੀ ਮਰਿਆਦਾ ਨਾ। ਉਹ ਅੱਗੇ ਅੱਗੇ ਪਾਲਕੀ, ਦੁਨੀਆ ਦੇ ਬਾਦਸ਼ਾਹ ਜਿਨ੍ਹਾਂ ਦੀਆਂ ਪਾਲਕੀਆਂ ਮਜਬੂਰੀ ਨਾਲ ਲੋਕ ਚੁੱਕਦੇ ਸਨ, ਇਹਦੀ ਪਾਲਕੀ ਚੁੱਕਣ ਲਈ ਤਾਂ ਸੰਗਤ ਰਾਤ ਨੂੰ ਬੈਠ ਜਾਂਦੀ। ਇਹ ਨੇ ਪੈਸ਼ਕਾਰੇ। ਫਿਰ ਜਦੋਂ ਦਰਬਾਰ 'ਚ ਪਹੁੰਚਨੇ ਆ, ਅੰਦਰ ਕੀਰਤਨ ਹੋ ਰਿਹਾ ਹੈ, ਕਿਉਂਕਿ ਪਾਤਸ਼ਾਹ ਦੀ ਸਿਫਤ ਕਰਨ ਵਾਲੇ ਪਹਿਲਾਂ ਪਹੁੰਚੇ ਹੋਏ ਆ। ਇਸ ਮਰਿਆਦਾ ਦਾ ਰੂਹਾਨੀ ਸੰਬੰਧ ਦੇਖੋ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ। ਅੱਜ ਗੁਰਿਆਈ ਮਿਲੀ ਤੇ ਕਹਿਣ ਲੱਗੇ, ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਮਨ ਨੂੰ ਟਿਕਾ ਮਿਲ ਗਿਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਪਿਆਰੇ ਸਿੱਖ। ਮੈਂ ਬੇਨਤੀ ਕਰਾਂਗਾ, 2 ਬਾਹੀਆਂ ਤੇ 2 ਸਿੱਖਾਂ ਦੀ ਯਾਦ ਹੈ। ਇੱਕ ਪਾਸੇ ਟੋਕਰੀ ਢੋਣ ਵਾਲਾ ਬੈਠਾ ਹੈ, ਇੱਕ ਪਾਸੇ ਖੰਡਾ ਵਾਹੁਣ ਵਾਲਾ ਬੈਠਾ ਹੈ। ਦੋਵਾਂ ਬਾਹੀਆਂ ਤੇ ਇੱਕ ਪਾਸੇ ਬਾਬਾ ਬੁੱਢਾ ਜੀ ਦੀ ਬੇਰ ਹੈ, ਦੂਜੇ ਪਾਸੇ ਬਾਬਾ ਦੀਪ ਸਿੰਘ ਦਾ ਸ਼ਹੀਦ ਗੰਜ ਹੈ। ਹਾਂਜੀ, ਹਰ ਸਿੱਖ, ਕਿਉਂਕਿ ਬਾਬਾ ਜੀ ਨੇ ਆਪਣੇ ਜੀਵਨ ਕਾਲ ਸਾਰੇ ਪੜ੍ਹਨੇ ਆ ਜੀ, 4 ਸਰੂਪ ਹੱਥੀਂ ਲਿਖੇ। ਇੱਕ ਅਰਬੀ ਫਾਰਸੀ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ। ਕਿੰਨਾ ਅਭਿਆਸ ਹੋਵੇਗਾ ਗੁਰਬਾਣੀ ਦਾ। ਭਾਵਨਾ ਨਾਲ ਮੇਰੀ ਇੱਕ ਗੱਲ ਸੁਣਿਓ। ਮੈਨੂੰ ਪਤਾ ਹੈ ਵੀ ਆਪਾਂ ਹਰ ਇੱਕ ਦੀ ਸੋਚ ਆਪੋ ਆਪਣੀ, ਵੀ ਇੱਥੇ ਸੱਟ ਵੱਜੀ ਹੈ ਨਾ, ਸਿਰ ਇਸ ਤਰ੍ਹਾਂ ਕਰ ਲਿਆ। ਨਹੀਂ ਪਿਆਰਿਓ, ਗਿਆਨੀ ਗਿਆਨ ਸਿੰਘ ਲਿਖਦੇ ਨੇ, ਆਹੀ ਤਾਂ ਰੂਹਾਨੀਅਤ ਹੈ। ਜਿੰਨੇ ਲਲਕਾਰਿਆ ਉਹ 35 ਸਾਲ ਦਾ ਸੀ, 35-36 ਸਾਲ ਦਾ ਪਠਾਨ ਸੀ। ਬਾਬਾ ਜੀ ਤੋਂ ਅੱਧੀ ਉਮਰ ਦਾ ਹੈ, ਅੱਧੀ ਵੀ ਘੱਟ। ਉਹਨੇ ਕਿਹਾ, ਮੇਰੇ ਬਾਬਾ ਜੀ ਨੇ ਕਿਹਾ ਚੱਲ। ਦੋਵਾਂ ਨੇ ਵਾਰ ਕੀਤੇ। ਮੈਂ ਕਈ ਵਾਰੀ ਕਹਿੰਦਾ, ਉਹ ਵੀ ਆਖਰ ਮਾਂ ਦਾ ਦੁੱਧ ਪੀਤਾ, ਉਹ ਸਾਹਮਣੇ ਆਇਆ।
उन्हें कहा मेरे नाल टक्कर लाओ। बाबा जी ने कहा चल, जवान बंदा बई, हाँ उहदे च ताकत है। उन्हें इक्को सांझा वार किया, बाबा जी का सीस भी उतरिया, ਉਹਦਾ भी उतरिया, फर्क इन्ना सी वो डिग्या तो तड़फ के मर गया, इन्हें डिगते हुए तली ते रख लिया। ये रूहानियत है। ज्ञानी ज्ञान सिंह लिखता, तल चली तेग अत बेग स्यों, चली तेग अत बेग स्यों, दूं केर बलधार, उतर गए सीस दूहां के परस परे एक सार। चुक के तुरे। अज भी दरबार साहिब की परिक्रमा च असीं मत्था टेकने, तो मैं तो कहना हुन्ना असीं मत्था टेकने थां मिट जाता है। प्यारे ने इहो जिहा मत्था टेकिया थां ही नहीं मिटी। एक मुसलमान का शेर है, निशानी सजूद तेरी जंबी पर हुआ तो क्या। जंबी कहते ने मत्थे नूं। तुसीं देखियो जिहड़े नमाज पढ़ते उन्हां दे मत्थे ते चिन्ह आ जाता है ना। कहता जे सिजदे कर करके सिर्फ सकिन उत्ते चिन्ह पए तो काहदे निशान पए। इहो जिहा मत्था टेक जा के रहिंदी दुनिया तक धरती उत्ते निशान पै जाए। निशानी सजूद तेरी जंबी पर हुआ तो क्या, कोई ऐसा सजदा करके जमी पर भी निशान रहे। इहो जिहा मत्था बाबा जी ने टेकिया जिस निशान नूं कोई नहीं मिटा सकता। आप सब का बहुत बहुत धन्नवाद। अज मैं समा तकरीबन 1.25 घंटे हो चलिया जी, तो नहीं आप जी का धन्नवाद जी। आओ गुरु रामदास सच्चे पातशाह महाराज उन्हां दी सिफत विच आपां सतगुरां दे विचार कीती है। गुरु साहब मेहर करन, थोड़ा जिहा आपां नाम जप लीए बस, जिन्ना जाना। पर वैसे रुक जाओ तो चंगा ही है। ये पुरब वाला दिन है। पहला दास बोलेगा जी, फिर आप जी खालसा जी तुसी बोलना है, तो एक भाई साहब जिवें जप तप की गल कर रहे हैं ना, मैं एक तुहानूं बेनती कल भी की सी, जिस जगह ते निरंतर बाणी पढ़ी जाएगी ना, उस जगह का औरा बदल नहीं बदलना है, उन्होंने कोई नहीं रोक सकता। पहला दास फिर खालसा, तुसी तीजे हिस्से विच बीबियां, क्योंकि ये इमारत ते गूंज भी बहुत शब्द की पैगी जी। करो किरपा। सतनाम वाहे गुरु, सतनाम वाहे गुरु, बीबियां भैनां सतनाम वाहे गुरु, सतनाम वाहे गुरु। सारे सिंह बोलो प्लीज। सतनाम वाहे गुरु, 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 सतनाम वाहे गुरु। सारे सिंह बोलो उच्ची आवाज। वाह वाह। सतनाम वाहे गुरु, 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 सतनाम वाहे गुरु,
सतनाम वाहेगुरु सतनाम वाहेगुरु सतनाम वाहेगुरु सतनाम वाहेगुरु वाह वाह सतनाम वाहेगुरु 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 सतगुरु गुरु ग्रंथ साहिब सच्चे पातशाह जी आप जी की हजूरी च बैठ के साखी और शब्द सिद्धांत का विचार करन का यतन किया। धन धन गुरु रामदास जी आप जी का गुरियाई दिहाड़ा है। सच्चे पातशाह रहमतां करियो, भजन बंदगी सिमरन सब की झोली च पाना। मैं आप संगत का सतगुरां दा कोटान कोट शुकर आपां सारे रल मिल बैठे। ਗਿਆਨੀ ਭੁਪਿੰਦਰ ਸਿੰਘ जी, सरदार जगदीप सिंह जी, आप जी का सब का धन्यवाद। प्रबंधक वीरां दा भाई गुरविंदर सिंह जी, बबलू, डॉक्टर गुरप्रीत सिंह जी जो कल तो ही दास दे नाल प्यार मुहब्बत करके आप जी के दर्शन करा रहे सन। भाई साहब कई बारी गुस्से हो जाते हैं, मैंने फोन नहीं किया इन्होंने 6-7 महीने बई सानू टाइम। मैं सच्ची दसा मैं आराम बहुत घट मैनू मिलता क्योंकि कथा करनी है वो इन्ना कन्ना इनू चलाइए भी ये छेती जवाब दे जाए। इस करके आप संगत सहयोग करया करो। जदों फिर समा बनया फिर दर्शन करांगा जी। वाहिगुरू जी का खालसा वाहिगुरू।